ਕਾਦੀਆਂ ਸਾਹਿਬ ਨੇ ਜਿਹੜੀ ਰਾਤ ਨੂੰ ਉਹਨਾਂ ਨੇ ਵੀਡੀਓ ਜਾਰੀ ਕਰੀ ਹੈ ਉਹਦੇ ਬਾਰੇ ਤਾਂ ਕਾਦੀਆਂ ਸਾਹਿਬ ਇਹ ਦੱਸ ਸਕਦੇ ਆ ਕਿ ਅਜਿਹਾ ਰਾਤ ਨੂੰ ਕਰਨ ਦਾ ਕਿਉਂ ਇੰਨੀ ਜ਼ਰੂਰਤ ਪਈ ਹੈ, ਜਿਹੜਾ ਕਿ ਰਾਤ ਨੂੰ 11 ਵਜੇ ਕਰਨੀ ਪਈ। ਮਤਲਬ ਜਦੋਂ ਪਰਚਾ ਦਰਜ ਹੋ ਗਿਆ ਤਾਂ ਉਹਨਾਂ ਦਾ ਕਹਿਣਾ ਕਿ ਸਾਡੇ ਨਾਲ ਨਹੀਂ ਖੜੇ ਹੈਗੇ ਪ੍ਰਧਾਨ ਜੀ, ਤੇ ਇਹ ਕਿਸਾਨਾਂ ਦੇ ਲਈ ਅਸੀਂ ਲੜ ਰਹੇ ਹਾਂ, ਪਰੰਤੂ ਸਾਡੇ ਨਾਲ ਜਦੋਂ ਖੜਨ ਦੀ ਵਾਰੀ ਆਈ ਆ ਤਾਂ ਰਾਤ ਨੂੰ ਸਟੇਟਮੈਂਟ ਦੇ ਦਿੰਦੇ ਆ ਕਿ ਇਹ ਜਿਹੜਾ ਘਰਾਓ ਕਰਨ ਜਾ ਰਿਹਾ ਸੀ ਉਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ। ਔਰ ਉਹਨਾਂ ਨੇ ਮੈਨੂੰ ਇਹ ਵੀ ਕਿਹਾ, ਮੈਂ ਪੁੱਛਿਆ ਪ੍ਰੇਮ ਸਿੰਘ ਭੰਗੂ ਨੂੰ, ਉਹ ਕਹਿੰਦੇ ਵੀ ਇਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਕਿ ਇਹ ਪਰਚੇ ਅਸੀਂ ਹੈਗੇ ਜਿਹੜੇ ਇਹ ਰੱਦ ਕਰ ਦੇਵਾਂਗੇ। ਪਰਚੇ ਪਹਿਲਾਂ ਵੀ ਦਰਜ ਹੋਏ ਸੀ, ਉਹਨਾਂ ਤੋਂ ਬਾਅਦ ਉਹਨਾਂ ਨੇ ਧਰਨੇ ਦਾ ਐਲਾਨ ਕੀਤਾ ਤੇ ਪੁਲਿਸ ਨੇ ਰੱਦ ਕੀਤੇ। ਅੱਜ ਜਦੋਂ ਚਮਕੌਰ ਸਾਹਿਬ ਬੀਤੇ ਦਿਨੀ ਪਰਚੇ ਦਰਜ ਹੋਏ ਤੇ ਅੱਜ ਵੀ ਇਕੱਠ ਰੱਖਿਆ ਤੇ ਦਰਜ ਕਰਤੇ। ਤੁਹਾਡੀ ਯੂਨੀਅਨ ਜਿਹੜੀ ਹੈਗੀ ਆ ਫਿਰ ਉੱਥੇ ਕਿਉਂ ਨਹੀਂ ਖੜੀ ਚੰਡੀਗੜ੍ਹ ਦੇ ਵਿੱਚ ਰੱਦ ਕਰਵਾਉਣ ਵਾਸਤੇ? ਦੇਖੋ ਇਹ ਤਾਂ ਹੁਣ ਦੱਸ ਸਕਦੇ ਹਾਂ ਜੀ, ਉਹੀ ਪ੍ਰਧਾਨ ਜੀ ਹੋ। ਅਗਰ ਉਹਨਾਂ ਦੇ ਪਰਚੇ ਦਰਜ ਹੁੰਦੇ ਤੇ ਨਾਲ ਨਹੀਂ ਖੜਾਂਗੇ ਤਾਂ ਸੁਭਾਵਿਕ ਆ ਉਹ ਜਿਹੜੇ ਯੂਨੀਅਨ ਨਾਲੋਂ ਟੁੱਟਣਗੇ। ਇਸੇ ਕਰਕੇ ਸ਼ਾਇਦ ਉਹਨਾਂ ਨੇ ਅਸਤੀਫੇ ਦਿੱਤੇ ਆ ਮੋਹਾਲੀ ਜਾਂ ਰੋਪੜ ਜ਼ਿਲ੍ਹੇ ਵਾਲਿਆਂ ਨੇ। ਕਿਵੇਂ ਦੇਖਦੇ ਹੋ ਇਹਨਾਂ ਅਸਤੀਫਿਆਂ ਨੂੰ ਲੈ ਕੇ ਜਿਹੜੀ ਕਾਦੀਆਂ ਦੀ ਕਿੰਨੀ ਕੁ ਜਿਹੜੀ ਹੈਗੀ ਆ ਤਾਕਤ ਘਟੀ ਆ ਕਿ ਜੋ ਸਟੇਟਮੈਂਟ ਦੇਣੀ ਚਾਹੀਦੀ ਸੀ ਕਾਦੀਆਂ ਸਾਹਿਬ ਨੂੰ ਉਹ ਸਟੇਟਮੈਂਟ ਨਹੀਂ ਦਿੱਤੀ ਉਹਨਾਂ ਨੇ ਪ੍ਰੋਪਰ? ਕਿਵੇਂ ਦੇਖਦੇ ਹੋ? ਪਰ ਸਾਨੂੰ ਨੌਜਵਾਨਾਂ ਨਾਲ ਖੜਨਾ ਚਾਹੀਦਾ, ਕਦੇ ਵੀ ਸਾਨੂੰ ਇਹੋ ਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਜੋ ਸਾਡੇ ਨੌਜਵਾਨ ਦੇ ਖਿਲਾਫ ਹੋ ਕੇ ਪ੍ਰਸ਼ਾਸਨ ਨੂੰ ਬਲ ਬਖਸ਼ੇ। ਤੁਸੀਂ ਹੁਣੇ ਦੱਸਿਆ ਕਿ ਪੁਲਿਸ ਅਧਿਕਾਰੀ ਦਾ ਫੋਨ ਆਇਆ ਕਿ ਤੁਹਾਡੇ ਪ੍ਰਧਾਨ ਨੇ ਕਿਹਾ ਕਿ ਅਸੀਂ ਇਸ ਸੰਘਰਸ਼ ਦੇ ਵਿੱਚ, ਇਸ ਪ੍ਰੋਟੈਸਟ ਦੇ ਵਿੱਚ ਨਾਲ ਨਹੀਂ ਹਾਂ। ਕਿਹੜਾ ਲੀਡਰ ਆ ਤੁਹਾਡੀ ਯੂਨੀਅਨ ਦਾ ਜਿਹਨੇ ਮਨਾ ਕੀਤਾ ਕਿ ਇਸ ਪ੍ਰੋਟੈਸਟ ਦੇ ਵਿੱਚ ਨਹੀਂ ਅਸੀਂ? ਉਹ ਕਹਿੰਦਾ ਵੀ ਤੁਹਾਡੇ ਮਤਲਬ ਸੂਬਾ ਪ੍ਰਧਾਨ ਤਾਂ ਮਨਾ ਕਰ ਗਏ ਸੀ। ਮੈਂ ਕਿਹਾ ਵੀ ਮੈਂ ਅੱਜ ਕਿਸਾਨ ਜਾਊਂਗਾ, ਅਗਰ ਸਾਡੀ ਜਥੇਬੰਦੀ ਰੋਕਦੀ ਵੀ ਹੈ ਤਾਂ ਮੈਂ ਐਜ ਕਿਸਾਨ ਜਾ ਕੇ ਉਸ ਬੱਚਿਆਂ ਦੇ, ਨੌਜਵਾਨਾਂ ਦੇ ਜਿਨ੍ਹਾਂ ਸਾਡੇ ਨਾਲ ਖੜ ਕੇ ਇਹ ਵਿਦਰੋਹ ਕੀਤਾ ਹੈ, ਅਸੀਂ ਉਹਦੇ ਨਾਲ ਖੜਾਂਗੇ ਦੁੱਖ ਸੁੱਖ ਵਿੱਚ। 1 ਸਾਲ ਤੋਂ ਉੱਥੇ 32 ਕਿਸਾਨ ਜਥੇਬੰਦੀਆਂ ਦੇ ਜਿਹੜੇ ਵੱਡੇ ਆਗੂ ਆ ਅੱਜ ਤੱਕ ਉਹ ਆਪਸ ਵਿੱਚ ਇੱਕ ਨਹੀਂ ਹੋ ਸਕੇ। ਸਵੇਰੇ ਸਟੇਟਮੈਂਟ ਇੱਕ ਪ੍ਰਧਾਨ ਹੋਰ ਦਿੰਦਾ ਤੇ ਦੂਜਾ ਹੋਰ ਦਿੰਦਾ। ਕਦੇ ਇੱਕ ਨੂੰ 7 ਦਿਨ ਵਾਸਤੇ ਸਸਪੈਂਡ ਕੀਤਾ ਜਾਂਦਾ, ਕਿਸੇ ਨੂੰ 15 ਦਿਨ ਵਾਸਤੇ ਸਸਪੈਂਡ ਕੀਤਾ ਜਾਂਦਾ। ਤੁਹਾਡੇ ਜਿਹੜੇ ਸਾਥੀ ਆ ਟੁੱਟ ਕੇ ਗਏ ਆ ਮੋਹਾਲੀ ਜ਼ਿਲ੍ਹਾ, ਰੋਪੜ ਜ਼ਿਲ੍ਹਾ ਜਾਂ ਹੋਰ ਵੀ ਜਿਹੜੇ ਕਿਤੇ ਜ਼ਿਲ੍ਹੇ ਹੋ ਸਕਦੇ ਆ, ਉਹ ਆਪਣੀ ਇੱਕ 33ਵੀਂ ਜਿਹੜੀ ਹੈਗੀ ਆ ਕਿਸਾਨ ਯੂਨੀਅਨ ਬਣਾਉਣ ਜਾ ਰਹੇ ਆ। ਹਾਂ, ਮਨਜੀਤ ਸਿੰਘ ਰਾਏ ਉਹਨਾਂ ਨੇ ਜਿਹੜੀ ਹੈਗੀ ਆ ਪਹਿਲ ਕੀਤੀ ਸੀ ਕਿ ਮੈਂ ਤਿਆਰ ਹਾਂ, ਪੰਜਾਬ ਦੀਆਂ ਜਿਹੜੀਆਂ 32 ਜਥੇਬੰਦੀਆਂ ਇਹਨਾਂ ਨੂੰ ਸਾਰੀਆਂ ਨੂੰ ਮਿਲਾ ਕੇ ਇੱਕ ਜਥੇਬੰਦੀ ਬਣਨੀ ਚਾਹੀਦੀ ਆ, ਮੈਂ ਸਭ ਤੋਂ ਪਹਿਲਾਂ ਤਿਆਰ ਹਾਂ ਆਪਣੀ ਜਥੇਬੰਦੀ ਰਲਾਉਣ ਦੇ ਲਈ। ਬੀਤੇ ਦਿਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਰੋਪੜ ਅਤੇ ਮੋਹਾਲੀ ਦੇ ਕਾਫੀ ਅਹੁਦੇਦਾਰ ਅਸਤੀਫਾ ਦਿੰਦੇ ਨੇ ਤੇ ਅਸਤੀਫੇ ਦੇ ਵਿੱਚ ਜੋ ਉਹਨਾਂ ਨੇ ਕਾਰਨ ਦੱਸੇ ਨੇ ਉਹ ਕਾਰਨ ਕਾਫੀ ਗੰਭੀਰ ਦੱਸੇ ਸੀ ਕਿ ਜੋ ਪੰਜਾਬ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਉਹਨਾਂ ਦੀ ਸੁਣਵਾਈ ਨਹੀਂ ਕਰਦੇ, ਕਿਸਾਨਾਂ ਦੇ ਨਾਲ ਨਹੀਂ ਖੜਦੇ ਹੁੰਦੇ ਤੇ ਉਸ ਤੋਂ ਬਾਅਦ ਉਹਨਾਂ ਨੇ ਅਸਤੀਫੇ ਦਿੱਤੇ ਸੀ ਆਪਣੇ ਅਹੁਦਿਆਂ ਤੋਂ। ਹਾਲਾਂਕਿ ਉਹਨਾਂ ਦੇ ਅਸਤੀਫਿਆਂ ਤੋਂ ਬਾਅਦ ਪੰਜਾਬ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੇ ਵੱਲੋਂ ਕੋਈ ਵੀ ਬਿਆਨ ਨਹੀਂ ਆਇਆ ਜੋ ਦੋਸ਼ ਲਗਾਏ ਸੀ, ਪਰੰਤੂ ਅੱਜ ਹਰਮੀਤ ਸਿੰਘ ਕਾਦੀਆਂ ਦੇ ਹੱਕ ਦੇ ਵਿੱਚ ਰੋਪੜ ਜ਼ਿਲ੍ਹੇ ਦੇ ਪ੍ਰਧਾਨ ਅਤੇ ਪੰਜਾਬ ਦੇ ਮੀਤ ਪ੍ਰਧਾਨ ਆਏ ਨੇ। ਕੀ ਕੁਝ ਕਹਿਣਾ ਉਹਨਾਂ ਦਾ, ਗੱਲ ਕਰਦੇ ਉਹਨਾਂ ਦੇ ਨਾਲ ਕਿ ਆਖਰ ਮਾਮਲਾ ਕੀ ਸਾਰਾ ਵਿਗੜਿਆ ਸੀ, ਕਿਉਂਕਿ ਕਿਸਾਨਾਂ ਦੀ ਇਸ ਤਰ੍ਹਾਂ ਆਪਸੀ ਫੁੱਟ ਨੂੰ ਲੈ ਕੇ ਜਿਹੜੇ ਲੋਕ ਸੰਘਰਸ਼ ਲੜ ਰਹੇ ਨੇ, ਆਮ ਲੋਕ ਇਸ ਸੰਘਰਸ਼ ਦੇ ਨਾਲ ਜੁੜੇ ਨੇ, ਉਹਨਾਂ ਨੂੰ ਕਾਫੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਕਿ ਦਿੱਲੀ ਦੇ ਵਿੱਚ ਸੰਘਰਸ਼ ਚੱਲ ਰਿਹਾ ਤੇ ਅਜਿਹੇ ਵਿੱਚ ਕਿਸਾਨਾਂ ਦੇ ਵਿੱਚ ਆਪਸੀ ਜੋ ਫੁੱਟ ਪਈ ਹੈ ਕਿਤੇ ਨਾ ਕਿਤੇ ਉਹ ਢਾਹ ਲਾ ਸਕਦੀ ਹੈ ਇਸ ਸੰਘਰਸ਼ ਨੂੰ। ਸੋ ਗੱਲ ਕਰਦੇ ਹਾਂ ਇੱਥੇ ਪਹਿਲਾਂ ਮੀਤ ਪ੍ਰਧਾਨ ਜਿਹੜੇ ਹੈਗੇ ਆ ਗੁੱਗੋ ਸਾਹਿਬ, ਕਿਵੇਂ ਦੇਖਦੇ ਹੋ ਬੀਤੇ ਦਿਨੀ ਤੁਹਾਡੀ ਯੂਨੀਅਨ ਦੇ ਕਾਫੀ ਮੈਂਬਰਾਂ ਵੱਲੋਂ ਅਸਤੀਫੇ ਦਿੱਤੇ ਤੇ ਵੱਡੇ ਗੰਭੀਰ ਦੋਸ਼ ਲਗਾਏ ਗਏ ਸੀਗੇ ਤੇ ਸਿਖਰਾਂ ਤੇ ਚੱਲ ਰਿਹਾ ਅੰਦੋਲਨ ਦਿੱਲੀ ਦੇ ਵਿੱਚ ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਜੋ ਬੀਜੇਪੀ ਖਾਸ ਕਰਕੇ ਉਹਨਾਂ ਨੂੰ ਇਸ ਫੁੱਟ ਦਾ ਫਾਇਦਾ ਮਿਲ ਰਿਹਾ? ਦੇਖੋ, ਜਿਹੜਾ ਫੁੱਟ ਪੈਣੀ ਹੈ ਕਿਸੇ ਜਥੇਬੰਦੀ 'ਚ ਜਾਂ ਕਿਸੇ ਘਰ ਵਿੱਚ, ਉਹ ਬਹੁਤ ਮੰਦਭਾਗੀ ਹੈ। ਇਸ ਤੋਂ ਜ਼ਿਆਦਾ ਮੰਦਭਾਗਾ ਕੰਮ ਨਹੀਂ ਹੋ ਸਕਦਾ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਕਿਤੇ ਨਾ ਕਿਸੇ ਮਿਸਕਮਿਊਨੀਕੇਸ਼ਨ ਹੋਈ ਹੈ, ਜਿਹਦੇ ਵਿੱਚੋਂ ਕੁਝ ਗੱਲਾਂ ਜੋ ਮੈਨੂੰ ਪਤਾ ਹੈ ਉਹ ਮੈਂ ਅੱਜ ਕਲੀਅਰ ਕਰਨੀਆਂ ਚਾਹੁੰਦਾ ਹੈ ਕਿ ਜਿਵੇਂ ਕਿ
ਚੰਡੀਗੜ੍ਹ ਦੇ ਵਿੱਚ ਜਿਹੜਾ ਵਾਕਿਆ ਹੋਇਆ, ਭਾਜਪਾ ਨੇਤਾ ਦੇ ਘਰਾਂ 'ਤੇ ਘਿਰਾਓ ਕਰਨ ਤੋਂ ਬਾਅਦ ਸਥਿਤੀ ਉਤਪੰਨ ਹੋਈ ਹੈ। ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਕੁਝ ਬੰਦਿਆਂ ਦੇ ਖਿਲਾਫ ਪਰਚੇ ਦਰਜ ਕੀਤੇ ਸੀ ਧਾਰਾ 188 ਲਾ ਕੇ, ਪਰੰਤੂ ਉਸੇ ਦਿਨ ਸ਼ਾਮ ਨੂੰ ਛੱਡ ਦਿੱਤੇ ਗਏ ਸੀ। ਪਰੰਤੂ ਦੂਸਰੇ ਦਿਨ 5 ਜਾਂ 7 ਬੰਦਿਆਂ ਦੇ ਖਿਲਾਫ ਮੈਨੂੰ ਜੋ ਪਤਾ ਲੱਗਿਆ, ਉਹਨਾਂ ਦੇ ਖਿਲਾਫ ਉਹਨਾਂ ਨੇ ਹੋਰ ਪਰਚਾ ਦਰਜ ਕਰਕੇ ਉਹਨਾਂ ਨੂੰ ਅਰਲੀ ਦਾ ਮਾਰਨਿੰਗ 3 ਸਾਡੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਜਲਦੀ ਜੇਲ੍ਹ ਵਿੱਚ 14 ਦਿਨ ਵਾਸਤੇ ਭੇਜ ਦਿੱਤਾ ਗਿਆ। ਉਹਨਾਂ ਦੇ ਸੰਦਰਭ ਦੇ ਵਿੱਚ ਇੱਕ ਜੋ ਮੁੰਡੇ ਸਾਡੇ ਪਰਿਵਾਰ ਦੇ ਛੱਡ ਕੇ ਗਏ ਆ ਸਾਨੂੰ, ਉਹਨਾਂ ਵੱਲੋਂ ਇੱਕ ਦੋਸ਼ ਸੀਗਾ ਕਿ ਉਹਨਾਂ 'ਤੇ 307 ਦਾ ਪਰਚਾ ਦਰਜ ਹੋਇਆ, ਪਰੰਤੂ ਜਦੋਂ FIR ਦੀ ਕਾਪੀ ਲਈ ਗਈ, ਕੋਰਟ ਵਾਲਾ ਕੇਸ ਲਿਆ ਗਿਆ, ਉਹਦੇ ਵਿੱਚ ਇਹ ਗੱਲ ਕਲੀਅਰ ਹੁੰਦੀ ਹੈ ਕਿ ਉਹਨਾਂ ਦੇ ਖਿਲਾਫ 147, 148, 149, 269, 270, 341, 427, 506, 332 ਤੇ 355 IPC ਦੀ ਧਾਰਾ ਦੇ ਤਹਿਤ ਜਿਹੜੇ ਉਹ ਪਰਚੇ ਦਰਜ ਕੀਤੇ ਗਏ ਹੈ। ਇਸ ਕਰਕੇ ਮੇਰੀ ਬੇਨਤੀ ਹੈ ਮੇਰੇ ਭਾਈਚਾਰੇ ਨੂੰ, ਮੇਰੇ ਸਾਥੀਆਂ ਨੂੰ, ਕਿ 307 ਦਾ ਪਰਚੇ ਦਾ ਨਾਂ ਲੈ ਕੇ ਆਮ ਜਿਹੜੇ ਲੋਕਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ। ਮੈਂ ਤਾਂ ਇਹਦੇ 'ਚ ਇਹ ਸਪਸ਼ਟੀਕਰਨ ਦੇਣਾ ਚਾਹੁੰਦਾ। ਬਾਕੀ ਜੋ ਕਾਦੀਆਂ ਸਾਹਿਬ ਨੇ ਜਿਹੜੀ ਰਾਤ ਨੂੰ ਉਹਨਾਂ ਨੇ ਵੀਡੀਓ ਜਾਰੀ ਕਰੀ ਹੈ, ਉਹਦੇ ਬਾਰੇ ਤਾਂ ਕਾਦੀਆਂ ਸਾਹਿਬ ਇਹ ਦੱਸ ਸਕਦੇ ਆ ਕਿ ਅਜਿਹਾ ਰਾਤ ਨੂੰ ਕਰਨੇ ਦਾ ਕਿਉਂ ਇੰਨੀ ਜ਼ਰੂਰਤ ਪਈ ਹੈ, ਜਿਹੜਾ ਕਿ ਰਾਤ ਨੂੰ 11 ਵਜੇ ਕਰਨੀ ਪਈ। ਪਰੰਤੂ ਇਹ ਤਾਂ ਹੁਣ ਉਹ ਆਉਣਗੇ ਅਤੇ ਉਹ ਆ ਕੇ ਪ੍ਰੈਸ ਦੇ ਵਿੱਚ ਬੈਠ ਕੇ ਹੀ ਇਸ ਗੱਲ ਨੂੰ ਜਿਹੜਾ ਸਾਫ਼ ਕਰਨਗੇ। ਇਸ ਟਾਈਮ ਕਿਉਂਕਿ ਉੱਥੇ ਜਿਹੜੀ ਹੈਗੀ ਹੈ ਸੰਸਦ ਚੱਲ ਰਹੀ ਹੈ, ਕਿਸਾਨਾਂ ਦੀ ਸੰਸਦ ਚੱਲ ਰਹੀ ਹੈ, ਉਹ ਚੱਲਣ ਕਰਕੇ ਪ੍ਰਧਾਨ ਜੀ ਉੱਥੇ ਜਿਹੜੇ ਰੋਜ਼ ਜਥੇ ਭੇਜਣੇ ਬਿਜ਼ੀ ਹੈ। ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੰਨਾ ਮੈਨੂੰ ਪਤਾ ਸੀ ਇਸ ਗੱਲ ਬਾਰੇ ਕਿ ਉਹ ਪਰਚੇ ਆ ਜਿਹੜੇ ਉਹ 307 ਦੇ ਨਹੀਂ ਹੈਗੇ, ਜਿਹੜੀਆਂ ਮੈਂ ਪਹਿਲਾਂ ਧਾਰਾਂ ਦੱਸੀਆਂ ਉਹਨਾਂ ਦੇ ਤਹਿਤ ਦਰਜ। ਗੁੱਗੂ ਸਾਹਿਬ ਤੁਸੀਂ ਗੱਲ ਕੀਤੀ ਆ 307 ਦੀ, ਪਰੰਤੂ ਜਿਹੜੀਆਂ ਧਾਰਾਵਾਂ ਤੁਸੀਂ ਗਿਣਾਈਆਂ ਕਾਫੀ ਸਖਤ ਆ, ਅਤੇ ਇੱਕ ਆਮ ਬੰਦਾ ਜਿਹੜਾ ਹੈਗਾ ਜਿਹਦੇ ਜ਼ਿੰਦਗੀ 'ਚ ਕਦੀ ਥਾਣੇ ਦਾ ਮੂੰਹ ਨਾ ਦੇਖਿਆ ਹੋਵੇ, ਉਹਦੇ ਖਿਲਾਫ 188, 144 ਦਾ ਪਰਚਾ ਵੀ ਦਰਜ ਹੋਵੇ ਤਾਂ ਕਾਫੀ ਜਿਹੜਾ ਹੈਗਾ ਗੰਭੀਰ ਮੰਨਿਆ ਜਾਂਦਾ, ਕਿਉਂਕਿ ਨੌਜਵਾਨਾਂ ਨੇ ਅੱਗੇ ਨੌਕਰੀਆਂ ਵੀ ਲੈਣੀਆਂ, ਵਿਦੇਸ਼ਾਂ 'ਚ ਵੀ ਜਾਣਾ, ਅਤੇ ਉਹਨਾਂ ਨੂੰ NOC ਲੈਣ ਦੇ ਵਿੱਚ ਪੁਲਿਸ ਤੋਂ ਜਿਹੜੀ ਹੈਗੀ ਬੜੀ ਦਿੱਕਤ ਆਉਂਦੀ ਆ। ਗੱਲ 307 ਦੀ ਆ, ਹੋਰ ਦੀ ਨਹੀਂ ਆ। ਮਤਲਬ ਜਦੋਂ ਪਰਚਾ ਦਰਜ ਹੋ ਗਿਆ ਤਾਂ ਉਹਨਾਂ ਦਾ ਕਹਿਣਾ ਕਿ ਸਾਡੇ ਨਾਲ ਨਹੀਂ ਖੜੇ ਹੈਗੇ ਪ੍ਰਧਾਨ ਜੀ, ਅਸੀਂ ਦਿਨ ਰਾਤ ਜਿਹੜੇ ਹੈਗੇ ਆ ਟਰਾਲੀਆਂ ਦੇ ਉੱਤੇ ਦਿਨ ਕਿੰਨੇ ਕੱਟੇ ਆ, ਦਿੱਲੀ ਦੇ ਵਿੱਚ ਵੀ ਮੋਰਚਿਆਂ 'ਤੇ ਵੀ ਗਏ ਆ, ਅਤੇ ਇਹ ਕਿਸਾਨਾਂ ਦੇ ਲਈ ਅਸੀਂ ਲੜ ਰਹੇ ਹਾਂ, ਪਰੰਤੂ ਸਾਡੇ ਨਾਲ ਜਦੋਂ ਖੜਨ ਦੀ ਵਾਰੀ ਆਈ ਆ ਤਾਂ ਰਾਤ ਨੂੰ ਸਟੇਟਮੈਂਟ ਦੇ ਦਿੰਦੇ ਆ ਕਿ ਇਹ ਜਿਹੜਾ ਘਿਰਾਓ ਕਰਨ ਜਾ ਰਿਹਾ ਸੀ ਉਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ। ਇੱਕ ਵੀਡੀਓ ਜਾਰੀ ਹੋਈ ਸੀਗੀ ਆਡੀਓ, ਉਹਦੇ 'ਚ ਇੱਕ ਗੱਲ ਕਲੀਅਰ ਕਰ ਦਿੱਤੀ ਗਈ ਸੀ ਕਿ ਜਿਹੜਾ ਘਿਰਾਓ ਕਰਨਾ ਸੀ, ਘਿਰਾਓ SSP ਸਾਹਿਬ ਨਾਲ ਗੱਲਬਾਤ ਕਰਨ ਤੋਂ ਬਾਅਦ ਕਰਨਾ ਸੀ। SSP ਸਾਹਿਬ ਨਾਲ ਪਹਿਲੇ 10:30 ਵਜੇ ਗੱਲ ਹੋਣੀ ਸੀ। ਅਗਰ ਗੱਲਬਾਤ ਕਿਸੇ ਕੰਢੇ ਨਾ ਲੱਗਦੀ ਫਿਰ ਜਿਹੜੀ ਆਏਗੀ ਹੈ ਘਿਰਾਓ ਦੀ ਕਾਲ ਦੇਣੀ ਸੀ। ਮੇਰੇ ਕੋਲ ਵੀ ਫੋਨ ਆਇਆ ਸ਼ਾਮ ਨੂੰ ਕਿ ਪ੍ਰਧਾਨ ਜੀ ਕੱਲ੍ਹ ਨੂੰ ਆਪਾਂ ਨੇ ਘਿਰਾ ਕਰਨਾ ਹੈ। ਮੈਂ ਵੀ ਕਿਹਾ ਵੀ ਬਿਲਕੁਲ ਅਸੀਂ ਆਵਾਂਗੇ, ਗੱਡੀਆਂ ਕਾਰਾਂ ਦੇ ਵਿੱਚ ਆਵਾਂਗੇ। ਪਰੰਤੂ ਦੂਸਰੇ ਦਿਨ ਉਹਨਾਂ ਵੱਲੋਂ ਹੀ ਮੈਨੂੰ ਫੋਨ ਆਇਆ ਕਿ ਨਹੀਂ, ਇਹ ਗੱਲ ਜੋ ਰਾਤ ਕਾਦੀਆਂ ਸਾਹਿਬ ਨੇ ਬਿਆਨ ਜਾਰੀ ਕਰਿਆ, ਇਸ ਕਰਕੇ ਮੁਲਤਵੀ ਕੀਤਾ ਗਿਆ ਹੈ। ਅਤੇ ਇਹਦੇ ਵਿੱਚ ਵੀ ਸੰਯੁਕਤ ਮੋਰਚੇ ਦਿੱਲੀ ਵੱਲੋਂ ਸਰਦਾਰ ਪ੍ਰੇਮ ਸਿੰਘ ਭੰਗੂ ਜਿਹੜੇ ਕਿ 26 ਜਨਵਰੀ ਵਾਲੇ ਕੇਸਾਂ ਦੀ ਵਕੀਲਾਂ ਦੀ ਬਣਾਈ ਹੋਈ ਪੈਨਲ ਦੇ ਹੈੱਡ ਸੀਗੇ, ਉਹ ਚੰਡੀਗੜ੍ਹ ਤੋਂ ਉਹ ਦਿੱਲੀ ਤੋਂ ਚੰਡੀਗੜ੍ਹ ਆਏ ਹੈ। ਉਹਨਾਂ ਨੇ ਆ ਕੇ ਇਹ ਗੱਲਬਾਤ ਕੀਤੀ SSP ਸਾਹਿਬ ਨਾਲ, ਅਤੇ ਉਸ ਤੋਂ ਬਾਅਦ ਫਿਰ ਦੂਸਰੇ ਜਿਹੜੇ ਬੱਚਿਆਂ ਦੇ ਖਿਲਾਫ ਸੀ ਕੋਈ ਕਾਰਵਾਈ ਕਰਨੀ ਬੰਦ ਹੋਈ ਹੈ। ਔਰ ਉਹਨਾਂ ਨੇ ਮੈਨੂੰ ਇਹ ਵੀ ਕਿਹਾ, ਮੈਂ ਪੁੱਛਿਆ ਪ੍ਰੇਮ ਸਿੰਘ ਭੰਗੂ ਨੂੰ, ਉਹ ਕਹਿੰਦੇ ਵੀ ਇਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਕਿ ਇਹ ਪਰਚੇ ਅਸੀਂ ਹੈਗੇ ਜਿਹੜੇ ਇਹ ਰੱਦ ਕਰ ਦੇਵਾਂਗੇ।
ਗੱਗੂ ਸਾਹਿਬ ਕੀ ਕਾਰਨ ਹੈ ਕਿ ਜਿਵੇਂ ਦੇਖੀਏ ਹਰਿਆਣੇ ਦੀ ਗੱਲ ਕੀਤੀ ਜਾਵੇ ਤਾਂ ਗੁਰਨਾਮ ਸਿੰਘ ਚੜੂਨੀ ਰਾਹੀਂ ਜਦੋਂ ਵੀ ਪਰਚੇ ਦਰਜ ਹੁੰਦੇ ਤਾਂ ਤੁਰੰਤ ਜਿਹੜੇ ਹੈਗੇ ਥਾਣਿਆਂ ਦਾ ਘਿਰਾਓ ਕਰਕੇ ਕੈਂਸਲ ਕਰਵਾ ਦਿੱਤੇ ਜਾਂਦੇ ਆ ਤੇ ਕੀਰਤੀ ਕਿਸਾਨ ਮੋਰਚਾ ਨੂਰਪੁਰ ਬੇਦੀ ਤੋਂ ਜਿਹੜਾ ਬਣਿਆ ਉਹ ਵੀ ਆ ਜਦੋਂ ਪਰਚੇ ਪਹਿਲਾਂ ਵੀ ਦਰਜ ਹੋਏ ਸੀ ਉਹਨਾਂ ਤੋਂ ਬਾਅਦ ਉਹਨਾਂ ਨੇ ਧਰਨੇ ਦਾ ਐਲਾਨ ਕੀਤਾ ਤੇ ਪੁਲਿਸ ਨੇ ਰੱਦ ਕੀਤੇ। ਅੱਜ ਜਦੋਂ ਚਮਕੌਰ ਸਾਹਿਬ ਬੀਤੇ ਦਿਨੀ ਪਰਚੇ ਦਰਜ ਹੋਏ ਤੇ ਅੱਜ ਵੀ ਇਕੱਠ ਰੱਖਿਆ ਤੇ ਦਰਜ ਕਰਤੇ। ਤੁਹਾਡੀ ਯੂਨੀਅਨ ਜਿਹੜੀ ਹੈਗੀ ਆ ਫਿਰ ਉੱਥੇ ਕਿਉਂ ਨਹੀਂ ਖੜੀ ਚੰਡੀਗੜ੍ਹ ਦੇ ਵਿੱਚ ਰੱਦ ਕਰਵਾਉਣ ਵਾਸਤੇ? ਦੇਖੋ ਇਹ ਤਾਂ ਹੁਣ ਦੱਸ ਸਕਦੇ ਹਾਂ ਜੀ, ਉਹੀ ਪ੍ਰਧਾਨ ਜੀ ਹੋ ਇਹਦੇ ਸੰਦਰਭ ਵਿੱਚ, ਕਿਉਂਕਿ ਮੈਂ ਉਸ ਕੇਸ 'ਚ ਮੈਨੂੰ ਨਹੀਂ ਪਤਾ ਹੈਗਾ, ਇਨਵੋਲਵ ਨਹੀਂ ਸੀਗਾ ਮੈਂ ਉਹਦੇ ਵਿੱਚ। ਇਹ ਤਾਂ ਅਸੀਂ ਪ੍ਰਧਾਨ ਜੀ ਨੂੰ ਕਿਹਾ ਵੀ ਤੁਸੀਂ ਆ ਕੇ ਸਟੇਟਮੈਂਟ ਦੇ ਕੇ ਗੱਲ ਨੂੰ ਕਲੀਅਰ ਕਰੋ ਤਾਂ ਕਿ ਇਹ ਜਿਹੜੀ ਆਪਸੀ ਸਾਡੀ ਕੋਈ ਆਪਸ ਵਿੱਚ ਫੁੱਟ ਪਈ ਆ ਇਹਨੂੰ ਆਪਾਂ ਘੱਟ ਕਰ ਸਕੀਏ। ਬਿਲਕੁਲ ਗੱਗੂ ਸਾਹਿਬ, ਜਿਹੜੇ ਕਿਸਾਨ ਜੁੜੇ ਹੋਏ ਨੇ ਯੂਨੀਅਨ ਕਰਕੇ ਜੁੜੇ ਹੋਏ ਨੇ ਕਿ ਹੱਕਾਂ ਵਾਸਤੇ ਜੁੜੇ ਹੋਏ ਨੇ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮਾਣ ਹੈ ਕਿ ਸਾਡੇ ਨਾਲ ਪੰਜਾਬ ਭਰ ਦੀਆਂ ਯੂਨੀਅਨਾਂ ਕਿਸਾਨ ਖੜੇ ਨੇ, ਪਰੰਤੂ ਜਿਹੇ ਵਿੱਚ ਅਗਰ ਉਹਨਾਂ ਦੇ ਪਰਚੇ ਦਰਜ ਹੁੰਦੇ ਤੇ ਨਾਲ ਨਹੀਂ ਖੜਾਂਗੇ ਤਾਂ ਸੁਭਾਵਿਕ ਆ ਉਹ ਜਿਹੜੇ ਯੂਨੀਅਨ ਨਾਲੋਂ ਟੁੱਟਣਗੇ। ਇਸੇ ਕਰਕੇ ਸ਼ਾਇਦ ਉਹਨਾਂ ਨੇ ਅਸਤੀਫੇ ਦਿੱਤੇ ਆ ਮੋਹਾਲੀ ਜਾਂ ਰੋਪੜ ਜ਼ਿਲ੍ਹੇ ਵਾਲਿਆਂ ਨੇ। ਕਿਵੇਂ ਦੇਖਦੇ ਹੋ ਇਹਨਾਂ ਅਸਤੀਫਿਆਂ ਨੂੰ ਲੈ ਕੇ ਜਿਹੜੀ ਕਾਦੀਆਂ ਦੀ ਕਿੰਨੀ ਕੁ ਜਿਹੜੀ ਹੈਗੀ ਆ ਤਾਕਤ ਘਟੀ ਆ? ਦੇਖੋ, ਜਦੋਂ ਪਰਿਵਾਰ ਦੇ ਵਿੱਚ ਫੁੱਟ ਪੈਂਦੀ ਹੈ ਇਸ ਤਰ੍ਹਾਂ ਦੀ, ਇੱਕ ਮੈਂਬਰ ਵੀ ਜਾਂਦਾ ਨਾ, ਮਾਲਾ ਦਾ ਮਣਕਾ ਇੱਕ ਵੀ ਹਿੱਲ ਜਾਏ ਉਹਦਾ ਵੀ ਨੁਕਸਾਨ ਹੁੰਦਾ। ਇਹ ਅਸੀਂ ਮੰਨਣਾ ਪਵੇਗਾ ਕਿ ਜਦੋਂ ਕੁਝ ਅਹੁਦੇਦਾਰ ਅਸਤੀਫਾ ਦੇ ਕੇ ਗਏ ਫਰਕ ਪੈਂਦਾ, ਜ਼ਰੂਰ ਪੈਂਦਾ। ਔਰ ਇਸ ਵੱਲ ਬਾਰੇ ਅਸੀਂ ਮੀਟਿੰਗ ਵੀ ਕੀਤੀ ਸੀ ਪਿਛਲੇ ਦਿਨੀ, ਔਰ ਜਿਹੜੇ ਅਹੁਦੇਦਾਰ ਸਾਡੇ ਹੈਗੇ ਤੇ ਉਹਨੂੰ ਇਹ ਕਿਹਾ ਵੀ ਅੱਗੋਂ ਵਾਸਤੇ ਜਾਂ ਤਾਂ ਕਿਤੇ ਮਿਕਸ ਕਮਿਊਨੀਕੇਸ਼ਨ ਹੋਈ ਹੈ, ਇਸ ਕਰਕੇ ਇਹ ਗੈਪ ਹੈ ਜਿਹੜਾ ਅੱਗੋਂ ਵਾਸਤੇ ਅਸੀਂ ਚਾਹੁੰਦੇ ਵੀ ਇਹ ਗੱਲ ਹੋਵੇ ਨਾ, ਔਰ ਸਬਰ ਅਤੇ ਸੰਤੋਖ ਨਾਲ ਅਸੀਂ ਜੋ ਵੀ ਆ ਅੱਗੇ ਵਾਸਤੇ ਫੈਸਲਾ ਲਵਾਂਗੇ। ਬਿਲਕੁਲ ਜੀ, ਗੁਰਨਾਮ ਸਿੰਘ ਜਸਲਾ ਜ਼ਿਲ੍ਹਾ ਪ੍ਰਧਾਨ ਬੈਠੇ ਨੇ। ਗੁਰਨਾਮ ਸਿੰਘ ਜਸਲਾ ਜੀ, ਇਹ ਜਿਹੜੀ ਕੜਵਾਹਟ 7 ਤਰੀਕ ਤੋਂ ਸ਼ੁਰੂ ਹੋਈ ਹੈ, ਲੱਗਦਾ ਜਦੋਂ 5 ਤਰੀਕ ਨੂੰ ਅਕਾਲੀ ਦਲ ਦਾ ਜਿਹੜਾ ਘਿਰਾਓ ਕੀਤਾ ਗਿਆ ਸੀ ਪਰਖਾਲੀ ਦਾ, ਉਸ ਦਿਨ ਤੋਂ ਕੜਵਾਹਟ ਸ਼ੁਰੂ ਹੋਈ ਹੈ, ਕਿਉਂਕਿ ਜਦੋਂ ਸਰਪੰਚ ਢਾਬੇ ਦੇ ਉੱਤੇ ਮੀਟਿੰਗ ਕੀਤੀ ਸੀ ਸਾਡੇ ਪੰਜਾਬ ਪ੍ਰਧਾਨ ਦੇ ਵੱਲੋਂ, ਉਸ ਦਿਨ ਤੋਂ ਕਾਫੀ ਜਿਹੜੇ ਹੈਗੇ ਨਾਰਾਜ਼ ਚੱਲ ਰਹੇ ਸੀ ਕਿਸਾਨ ਕਿ ਜੋ ਸਟੇਟਮੈਂਟ ਦੇਣੀ ਚਾਹੀਦੀ ਸੀ ਕਾਦੀਆਂ ਸਾਹਿਬ ਨੂੰ ਉਹ ਸਟੇਟਮੈਂਟ ਨਹੀਂ ਦਿੱਤੀ ਉਹਨਾਂ ਨੇ ਪ੍ਰੋਪਰ। ਕਿਵੇਂ ਦੇਖਦੇ ਹੋ? ਦੇਖੋ, ਜਿਸ ਦਿਨ ਅਸੀਂ ਘਿਰਾਓ ਕੀਤਾ ਮੈਂ ਵਿੱਚ ਸੀ ਉਦਣ ਚੀਮਾ ਸਾਹਿਬ ਦਾ। ਉਸ ਘਿਰਾਓ 'ਚ ਮੈਨੂੰ ਡਿਪਟੀ ਸਾਹਿਬ ਨੇ ਕਿਹਾ ਕਿ ਚੀਮਾ ਸਾਹਿਬ ਦੀ ਗੱਲ ਹੋ ਗਈ ਕਾਦੀਆਂ ਸਾਹਿਬ ਨਾਲ ਅਤੇ ਰਾਜਾ ਸਾਹਿਬ ਨਾਲ, ਵੀ ਉਹ ਕਹਿੰਦੇ ਨੇ ਵੀ ਨਹੀਂ ਸਾਡੀ ਕਾਲ ਨਹੀਂ। ਮੈਂ ਡਿਪਟੀ ਸਾਹਿਬ ਚੀਮੇ ਨੂੰ ਕਹੋ ਵੀ ਮੇਰੇ ਨਾਲ ਗੱਲ ਕਰਾਵੇ। ਜਦੋਂ ਮੈਂ ਇਸ ਗੱਲ 'ਤੇ ਵਜੇਦ ਹੋ ਗਿਆ ਤਾਂ ਡਿਪਟੀ ਸਾਹਿਬ ਉੱਥੋਂ ਚਲੇ ਗਏ, ਪਰੇ ਇੱਧਰ ਉੱਧਰ ਹੋ ਗਏ। ਉਸ ਤੋਂ ਬਾਅਦ ਦੂਜੇ ਦਿਨ ਇਹਦੇ ਚੀਮੇ ਦੇ ਬਿਆਨ ਆਏ ਬਹੁਤ ਜ਼ਿਆਦਾ ਗਲਤ, ਜੋ ਉਹਨੂੰ ਆਪਣੇ ਰੁਤਬੇ ਮੁਤਾਬਕ, ਆਪਣੀ ਉਮਰ ਮੁਤਾਬਕ ਅਤੇ ਆਪਣੀ ਜਿਹੜੀ ਉਹਦੀ ਪਾਰਟੀ ਉਹਦੇ ਮੁਤਾਬਕ ਨਹੀਂ ਦੇਣੀ ਚਾਹੀਦੀ ਸੀ। ਉਹਨੇ ਗਲਤ ਬਿਆਨ ਕੀਤੇ ਅਤੇ ਸਾਡਾ ਇੱਕ ਅਹੁਦੇਦਾਰ ਸੀ ਭਾਰਤੀ ਕਾਦੀਆਂ ਜ਼ਿਲ੍ਹਾ ਰੋਪੜ ਤੋਂ, ਉਹਨੇ ਗੱਗੂ ਸਾਹਿਬ ਨੂੰ ਫੋਨ ਕੀਤਾ ਬਈ ਇਸ ਤਰ੍ਹਾਂ ਉਹਨੇ ਗਲਤ ਬਿਆਨ ਦਿੱਤੇ ਹੈ ਕਿ ਇਹ ਰੇਤ ਮਾਫੀ ਹੈ, ਇਹ ਕੇਬਲ ਮਾਫੀ ਦੇ ਬੰਦੇ ਆ, ਇਹ ਆਮ ਦੇ ਕਾਂਗਰਸੀ ਹੈ। ਉਹਦੇ ਸਪਸ਼ਟੀਕਰਨ ਵਾਸਤੇ ਵੀ ਤੁਸੀਂ ਦੋ ਸਪਸ਼ਟੀਕਰਨ, ਇਹਨਾਂ ਨੇ ਕਾਦੀਆਂ ਸਾਹਿਬ ਨੂੰ ਬੁਲਾਇਆ। ਕਾਦੀਆਂ ਸਾਹਿਬ ਆਏ, ਉਹਨਾਂ ਨੇ ਸਾਡੀ ਰਾਏ ਨਾਲ ਉੱਥੇ ਸਪਸ਼ਟੀਕਰਨ ਦਿੱਤਾ। ਸਪਸ਼ਟੀਕਰਨ ਦੇਣ ਤੋਂ ਬਾਅਦ ਫਿਰ ਅਸੀਂ ਇਕੱਠਿਆਂ ਫੋਟੋਆਂ ਖਿਚਾਈਆਂ। ਉਸ ਤੋਂ ਬਾਅਦ ਕਾਦੀਆਂ ਸਾਹਿਬ ਚਲੇ ਗਏ। ਜਾਣ ਤੋਂ ਬਾਅਦ ਇਹ ਕੜਵਾਹਟ ਸ਼ੁਰੂ ਹੋਈ ਹੈ ਜਦੋਂ ਚੰਡੀਗੜ੍ਹ ਉੱਥੇ ਕੋਈ ਬੱਚੇ ਚੱਕੇ ਗਏ ਹੈ। ਉੱਥੋਂ ਫਿਰ ਇਹਨਾਂ ਦੇ ਆਪਸੀ ਤਾਲਮੇਲ ਸੀ, ਉਹ ਤਾਲਮੇਲ ਦੇ ਤੌਰ 'ਤੇ ਚਾਹੁੰਦੇ ਸੀ ਵੀ ਅਸੀਂ ਇੱਕ ਦੂਜੇ ਦੀ ਮਦਦ ਕਰੀਏ। ਉਸ ਜਿਹੜਾ ਉੱਥੇ ਜੋ ਕੋਈ ਭਾਣਾ ਵਰਤਿਆ, ਜੋ ਪਰਚੇ ਕੀਤੇ ਗਏ ਬੱਚਿਆਂ 'ਤੇ, ਉਹ ਕੜਵਾਹਟ ਚੰਡੀਗੜ੍ਹ ਤੋਂ ਸ਼ੁਰੂ ਹੋਈ ਹੈ। ਕਿਵੇਂ ਦੇਖਦੇ ਹੋ ਅਜਿਹੇ ਵਿੱਚ ਜੇ ਕਿਸਾਨ ਨੌਜਵਾਨ ਮੁੰਡੇ, ਜੇ ਕਿਸਾਨ, ਕਿਉਂਕਿ ਅੱਜ ਜਿਹੜੀ ਕਿਸਾਨ ਜਿਹੜੀ ਸੰਯੁਕਤ ਮੋਰਚੇ ਦੀ ਸਭ ਤੋਂ ਵੱਡੀ ਤਾਕਤ ਨੌਜਵਾਨ ਕਿਸਾਨ ਹੈ, ਕਿਉਂਕਿ ਜਦੋਂ ਦਿੱਲੀ ਨੂੰ ਗਏ ਸੀ ਸ਼ੰਭੂ ਬਾਰਡਰ ਤੋੜਿਆ ਸੀਗਾ, ਨੌਜਵਾਨ ਅੱਗੇ ਸੀਗੇ। ਹੁਣ ਵੀ ਜਦੋਂ 26 ਤਰੀਕ ਨੂੰ ਗਏ ਸੀ ਨੌਜਵਾਨ ਅੱਗੇ ਸੀ, ਪਰ ਨੌਜਵਾਨਾਂ ਦਾ ਹੁਣ ਕਿਤੇ ਨਾ ਕਿਤੇ ਜਿਹੜੇ ਸੀਨੀਅਰ ਲੀਡਰ ਆ ਉਹਨਾਂ ਤੋਂ ਭਰੋਸਾ ਉੱਠ ਰਿਹਾ, ਕਿਉਂਕਿ ਉਹਨਾਂ ਦਾ ਕਹਿਣਾ ਕਿ ਨਾਲ ਨਹੀਂ ਖੜ ਰਹੇ। ਜਦੋਂ ਪੁਲਿਸ ਦੇ ਵਿੱਚ ਕਾਨੂੰਨੀ ਦਾਅਪੇਚ ਖੇਲਦੀ ਹੈ, ਪੁਲਿਸ ਪਰਚੇ ਦਰਜ ਕਰਦੀ ਆ ਅਤੇ ਸਾਥ ਨਹੀਂ ਦੇ ਰਹੇ ਆ ਜਿਹੜੇ ਲੀਡਰ, ਇਸ ਕਰਕੇ ਉਹ ਪਿੱਛੇ ਹਟ ਰਹੇ ਆ। ਦੇਖੋ, ਮੈਂ ਤਾਂ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ, ਸਾਡੇ ਲੀਡਰਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਵੀ ਅਸੀਂ ਸੰਘਰਸ਼ ਕਰਨਾ ਹੈ, ਸਾਡੇ ਨੌਜਵਾਨ ਤਹਿ 'ਚ ਆ ਕੇ ਤੋਂ ਕੋਈ ਆਪਣਾ ਦਿੱਤਾ ਹੋਇਆ ਦਾਇਰਾ ਉਹ ਤੋਂ ਬਾਹਰ ਵੀ ਜਾ ਸਕਦੇ ਹਾਂ, ਪਰ ਸਾਨੂੰ ਨੌਜਵਾਨਾਂ ਨਾਲ ਖੜਨਾ ਚਾਹੀਦਾ। ਕਦੇ ਵੀ ਸਾਨੂੰ ਇਹੋ ਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਜੋ ਸਾਡੇ ਨੌਜਵਾਨ ਦੇ ਖਿਲਾਫ ਹੋ ਕੇ
ਪ੍ਰਸ਼ਾਸਨ ਨੂੰ ਬਲ ਬਖਸ਼ੇ। ਰਾਤੀ ਹੁਣ ਮੈਨੂੰ ਫੋਨ ਆਏ ਪ੍ਰਸ਼ਾਸਨ ਕਹਿੰਦਾ ਵੀ ਕਿਆ ਤੂੰ ਨਾਲ ਹੈ ਇਸ ਅੱਜ ਜੋ ਮੀਟਿੰਗ ਬੁਲਾਈ ਹੈ। ਮੈਂ ਉਹਨੂੰ ਕਿਹਾ ਵੀ ਹਾਂ ਬਿਲਕੁਲ ਨਾਲ ਹਾਂ ਮੈਂ। ਕਹਿੰਦੇ ਵੀ ਤੁਹਾਡੀ ਯੂਨੀਅਨ ਦੇ ਪ੍ਰਧਾਨ ਕਹਿ ਰਹੇ ਆ ਵੀ ਨਹੀਂ ਅਸੀਂ ਨਹੀਂ ਖੜਾਂਗੇ। ਮੈਂ ਕਿਹਾ ਜੀ ਮੈਂ ਐਜ਼ ਕਿਸਾਨ ਖੜ ਸਕਦਾ, ਕਿਉਂ ਨਹੀਂ ਖੜ ਸਕਦਾ, ਮੈਂ ਬਿਲਕੁਲ ਨਾਲ ਹਾਂ। ਮੈਂ ਇਹਦੇ ਇਕੱਠ ਵੀ ਜਾਊਂਗਾ, ਮੈਂ ਮੁਜ਼ਾਹਰੇ ਧਰਨ ਵੀ ਜਾਊਂਗਾ, ਸਾਨੂੰ ਜਿੱਥੇ ਤੱਕ ਜਾਣਾ ਪਿਆ ਅਸੀਂ ਨੌਜਵਾਨ ਨਾਲ ਖੜਾਂਗੇ। ਜਾਣੀ ਮੈਂ ਇਹ ਆਪਣੇ ਜੋ ਫੈਸਲਾ ਜੋ ਮਰਜ਼ੀ ਹੋਵੇ ਸਾਡੇ ਸੰਯੁਕਤ ਕਿਸਾਨ ਮੋਰਚੇ ਦਾ ਫੈਸਲੇ ਦੇ ਅਸੀਂ ਪਾਬੰਦ ਹਾਂ। ਪਰ ਅਗਰ ਕਿਤੇ ਧੱਕਾ ਹੁੰਦਾ ਸਾਡੇ ਨੌਜਵਾਨਾਂ ਨਾਲ ਤਾਂ ਸਾਨੂੰ ਉਹਨਾਂ ਨੌਜਵਾਨਾਂ ਸਾਥ ਦੇਣਾ ਚਾਹੀਦਾ ਹੈ। ਔਰ ਅੱਗੇ ਵਾਸਤੇ ਅਸੀਂ ਆਪਣੇ ਰੋਪੜ ਜ਼ਿਲ੍ਹੇ ਦੇ ਜਿਹੜੇ ਅਸੀਂ ਆਪਣੇ ਲੀਡਰ ਹੈ, ਜਿਹੜੇ ਅਸੀਂ ਅਹੁਦੇਦਾਰ ਹੈ, ਅਸੀਂ ਇਹਨਾਂ ਸਾਥ ਦਿੰਦੇ ਰਹਾਂਗੇ ਜਿਵੇਂ ਅਸੀਂ ਅੱਜ ਸਾਥ ਦਿੱਤਾ ਹੈ। ਕਿਉਂਕਿ ਪ੍ਰਸ਼ਾਸਨ ਬਹੁਤ ਜ਼ਿਆਦਾ ਧੱਕਾ ਕਰਦਾ ਹੈ। ਪਹਿਲਾਂ SHO ਨੇ ਸਾਡੇ ਬੱਚੇ ਡਰਾਏ ਧਮਕਾਏ, ਆਪਣੇ ਪਿੰਡਾਂ 'ਚ ਜਾ ਕੇ ਉਹਨਾਂ ਦੀਆਂ ਝੰਡੀਆਂ ਵੀ ਖੋਈਆਂ। ਉਹ ਤੋਂ ਬਾਅਦ ਉੱਥੇ ਅਸੀਂ ਕੰਟਰੋਲ ਕਰਿਆ, ਠੀਕ ਠਾਕ ਰਿਹਾ। ਆ ਬਾਅਦ 'ਚ ਫਿਰ ਉਹੀ ਭੜਕਾਹਟ ਦਾ ਨਤੀਜਾ ਹੈ ਜਿਹੜੇ ਆਹ ਪੁਲਿਸ ਪ੍ਰਸ਼ਾਸਨ ਨੇ ਪਰਚੇ ਕੀਤੇ। ਜਦੋਂ ਪਹਿਲਾਂ ਦੇਖਿਆ ਆਪਾਂ ਨੇ ਸੰਤਾਪ ਵਧਾਇਆ ਪੰਜਾਬ ਨੇ, ਇਹੀ ਪੁਲਿਸ ਭੜਕਾਹਟ ਨੌਜਵਾਨਾਂ ਨੂੰ ਘਰ ਤੋਂ ਭਜਾਉਂਦੀ ਸੀ ਅਤੇ ਉਹਨਾਂ ਦਾ ਫਿਰ ਸ਼ਿਕਾਰ ਕਰਕੇ ਫਿਰ ਫਿੱਤੀਆਂ ਲਿਆਉਂਦੀ ਸੀ। ਮੇਰੇ ਤਾਂ ਮਨ ਨੂੰ ਖਦਸ਼ਾ ਹੈ, ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਵੀ ਸਾਡੇ ਬੱਚਿਆਂ ਨੂੰ ਇਹ ਕਿਉਂ ਭੜਕਾਹਟ ਵੱਲ ਤੋਰਦੇ ਆ ਪੁਲਿਸ ਮਹਿਕਮਾ। ਤੁਸੀਂ ਹੁਣੇ ਦੱਸਿਆ ਕਿ ਪੁਲਿਸ ਅਧਿਕਾਰੀ ਦਾ ਫੋਨ ਆਇਆ ਕਿ ਤੁਹਾਡੇ ਪ੍ਰਧਾਨ ਨੇ ਕਿਹਾ ਕਿ ਅਸੀਂ ਇਸ ਸੰਘਰਸ਼ ਦੇ ਵਿੱਚ, ਇਸ ਪ੍ਰੋਟੈਸਟ ਦੇ ਵਿੱਚ ਨਾਲ ਨਹੀਂ ਹਾਂ। ਕਿਹੜਾ ਲੀਡਰ ਆ ਤੁਹਾਡੀ ਯੂਨੀਅਨ ਦਾ ਜਿਹਨੇ ਮਨਾ ਕੀਤਾ ਕਿ ਇਸ ਪ੍ਰੋਟੈਸਟ ਦੇ ਵਿੱਚ ਨਹੀਂ ਅਸੀਂ? ਨਹੀਂ, ਉਹ ਮੈਂ ਨਾਂ ਲਿਆ ਵੀ ਕੌਣ ਲੀਡਰ ਉਹ? ਮੈਂ ਨਾਂ ਲਿਆ ਵੀ ਮੈਨੂੰ ਕਿਹਾ ਗਿਆ ਡਿਪਟੀ ਵੱਲੋਂ ਵੀ ਕਾਦੀਆਂ ਸਾਹਿਬ ਅਤੇ ਰਾਜੇਵਾਲ ਸਾਹਿਬ ਦਾ ਫੋਨ ਆਇਆ। ਉਹਨਾਂ ਨੇ ਮਨਾ ਕੀਤਾ ਵੀ ਉਹਨਾਂ ਨੇ ਕਿਹਾ ਵੀ ਅਸੀਂ ਇਹ ਸਾਡੀ ਕਾਲ 'ਚ ਹੈ ਨਹੀਂ। ਮੈਂ ਕਿਹਾ ਮੇਰੀ ਗੱਲ ਕਰਾਓ। ਜਦੋਂ ਮੈਂ ਗੱਲ ਕਰਾਉਣ ਵਾਸਤੇ ਗਿਆ ਫਿਰ ਡਿਪਟੀ ਸਾਹਿਬ ਮੇਰੇ ਨਾਲ ਗੱਲ ਨਹੀਂ ਕਰਾ ਸਕੇ। ਕਿਉਂ ਤੁਹਾਡੀ ਯੂਨੀਅਨ ਦੇ ਲੀਡਰ ਇਸ ਤਰ੍ਹਾਂ ਦੀ ਜਿਹੜੀ ਹੈਗੀ ਸਟੇਟਮੈਂਟ ਦਿੰਦੇ ਆ ਕਿ ਹਾਂ ਅਸੀਂ ਨਾਲ ਨਹੀਂ ਹਾਂ? ਕਿਉਂਕਿ ਜਦੋਂ ਨੌਜਵਾਨਾਂ ਤੇ ਮਹਿਲਾਵਾਂ ਤੇ ਵੀ ਪਰਚੇ ਦਰਜ ਹੋਇਆ, ਇਹ ਕਿਸਾਨੀ ਸੰਘਰਸ਼ ਨੂੰ ਲੈ ਕੇ ਦਰਜ ਹੋਇਆ, ਸੱਚ ਕੀ ਹੈ ਝੂਠ ਕੀ ਹੈ ਉਹ ਤਾਂ ਜਾਂਚ ਤੋਂ ਬਾਅਦ ਪਤਾ ਚੱਲੇਗਾ। ਪਰੰਤੂ ਜਦੋਂ ਸੰਘਰਸ਼ ਦੇ ਵਿੱਚ ਪਰਚੇ ਦਰਜ ਹੋਣਗੇ ਤਾਂ ਕਿਵੇਂ ਲੋਕ ਜਿਹੜੇ ਹੈਗੇ ਨੌਜਵਾਨ ਨਾਲ ਤੁਰਨਗੇ ਇਸ ਸੰਘਰਸ਼ ਦੇ ਵਿੱਚ? ਨਹੀਂ, ਮੈਂ ਨਹੀਂ ਕਹਿੰਦਾ ਵੀ ਉਹਨਾਂ ਨੇ ਇਹ ਬਿਆਨ ਦਿੱਤਾ ਹੋਊਗਾ ਆਪਣੇ ਇਹਦੇ ਕੋਲ ਚੀਮੇ ਕੋਲ। ਤੁਸੀਂ ਕਲੀਅਰ ਨਹੀਂ ਤੁਸੀਂ ਫਿਰ ਆਪਣੇ ਜਿਹੜੇ ਪ੍ਰਧਾਨ ਨਾਲ ਕਲੀਅਰ ਨਹੀਂ ਕੀਤਾ ਕਿ DSP ਸਾਹਿਬ ਨੇ ਇਹ ਕਿਹਾ ਸਾਨੂੰ, ਤੁਸੀਂ ਦੁਬਾਰਾ ਫੋਨ ਕੀਤਾ? ਉਹ ਕਲੀਅਰ ਕਰਕੇ ਗਏ ਸਾਡੇ ਕਾਦੀਆਂ ਸਾਹਿਬ। ਉਹ ਕਹਿੰਦੇ ਮੈਨੂੰ ਜ਼ਰੂਰ ਫੋਨ ਆਇਆ ਸੀ, ਪਰੰਤੂ ਮੈਂ ਉਹਨੂੰ ਇਹ ਕਿਹਾ ਸੀ, ਮੈਂ ਆਪਣੇ ਵੱਲੋਂ ਕਹਿੰਦਾ ਮੈਂ ਮੀਟਿੰਗ 'ਚ ਬੈਠਾ ਸੀ। ਮੈਂ ਕੱਲ੍ਹ ਦੀ ਗੱਲ ਕਰ ਰਿਹਾ ਜਿਹੜੀ ਤੁਸੀਂ DSP ਸਾਹਿਬ ਦੀ ਗੱਲ ਕਰੀ ਰਾਜੇਵਾਲ ਤੇ ਅਰਮੀਤ ਕਰਦੇ ਨੇ। 5 ਤਰੀਕ ਦੀ ਗੱਲ ਨਹੀਂ ਜਿਹੜੀ DSP ਦੀ ਗੱਲ ਕਰ ਰਹੇ 5 ਤਰੀਕ ਦੀ ਗੱਲ ਹੈ ਜਦੋਂ ਚੀਮਾ ਘੇਰਿਆ ਜੀ। ਓਕੇ, ਉਸ 5 ਤਰੀਕ ਦੀ ਗੱਲ ਨਹੀਂ, ਅੱਜ ਵਾਲੇ ਪ੍ਰੋਟੈਸਟ ਦੀ ਗੱਲ ਕਰ ਰਹੇ। ਅੱਜ ਦੇ ਪ੍ਰੋਟੈਸਟ ਨਹੀਂ, ਅੱਜ ਕੋਈ ਮੇਰੀ ਗੱਲ ਨਹੀਂ ਹੋਈ ਨਾ ਮੈਨੂੰ ਕਿਸੇ ਅਫਸਰ ਨੇ ਕਿਹਾ। ਅਫਸਰ ਨੂੰ ਸਿਰਫ ਇੰਨਾ ਕਿਹਾ ਵੀ ਕਿਆ ਤੁਸੀਂ ਇਸ ਪ੍ਰੋਟੈਸਟ ਜਾਓਗੇ, ਤੁਸੀਂ ਹਿੱਸਾ? ਮੈਂ ਕਿਹਾ ਹਾਂ ਅਸੀਂ ਹਿੱਸਾ, ਅਸੀਂ ਜਾਵਾਂਗੇ। ਉਹ ਕਹਿੰਦਾ ਵੀ ਤੁਹਾਡੇ ਮਤਲਬ ਸੂਬਾ ਪ੍ਰਧਾਨ ਤਾਂ ਮਨਾ ਕਰ ਗਏ ਸੀ। ਮੈਂ ਕਿਹਾ ਵੀ ਮੈਂ ਅੱਜ ਕਿਸਾਨ ਜਾਊਂਗਾ, ਅਗਰ ਸਾਡੀ ਜਥੇਬੰਦੀ ਰੋਕਦੀ ਵੀ ਹੈ ਤਾਂ ਮੈਂ ਐਜ ਕਿਸਾਨ ਜਾ ਕੇ ਉਸ ਬੱਚਿਆਂ ਦੇ ਨੌਜਵਾਨਾਂ ਦੇ ਜਿਹਨਾਂ ਸਾਡੇ ਨਾਲ ਖੜ ਕੇ ਇਹ ਵਿਦਰੋਹ ਕੀਤਾ ਹੈ ਅਸੀਂ ਉਹਦੇ ਨਾਲ ਖੜਾਂਗੇ ਦੁੱਖ ਸੁੱਖ ਵਿੱਚ। ਗੱਗੋ ਸਾਹਿਬ, ਤੁਸੀਂ ਵੀ ਦਿੱਲੀ ਮੋਰਚੇ 'ਤੇ ਲਗਾਤਾਰ ਜਾਂਦੇ ਹੋ, ਉੱਥੇ ਕਾਫੀ ਸਮਾਂ ਵੀ ਬਤੀਤ ਕਰਿਆ। ਕਿਵੇਂ ਦੇਖਦੇ ਹੋ ਕਿ ਸਵੇਰੇ ਜਿਹੜੀ ਹੈਗੀ ਸਟੇਟਮੈਂਟ ਕੁਛ ਹੋਰ ਆਉਂਦੀ ਆ ਉੱਥੇ ਲੀਡਰਾਂ ਦੀ, ਕਿਸਾਨ ਜਿਹੜੇ ਆਗੂ ਵੱਡੇ ਆ 32 ਕਿਸਾਨ ਜਥੇਬੰਦੀਆਂ ਦੇ, ਸ਼ਾਮ ਨੂੰ ਬਦਲ ਜਾਂਦੀ ਆ ਉਹ ਸਟੇਟਮੈਂਟ ਜਿਹੜੀ ਬਦਲਦੀ ਆ ਉਹ ਪਤਾ ਨਹੀਂ ਪਹੁੰਚਦੀ ਨਹੀਂ ਨੌਜਵਾਨਾਂ ਤੱਕ, ਅਤੇ ਨੌਜਵਾਨ ਜਿਹੜੇ ਹੈਗੇ ਆ ਪਹਿਲੀ ਸਟੇਟਮੈਂਟ ਨੂੰ ਲੈ ਕੇ ਸੰਘਰਸ਼ ਕਰਦੇ ਅਤੇ ਬਾਅਦ ਦੇ ਵਿੱਚ ਕਹਿੰਦੇ ਅਸੀਂ ਤਾਂ ਕਿਹਾ ਹੀ ਨਹੀਂ ਹੈਗਾ ਇੱਦਾਂ। ਕਿਵੇਂ ਦੇਖਦੇ ਹੋ ਇਸ ਆਪਸੀ ਤਾਲਮੇਲ ਖਤਮ ਹੋ ਰਿਹਾ, ਭਰੋਸਾ ਉੱਠ ਰਿਹਾ ਕਿਤੇ ਨਾ ਕਿਤੇ ਲੀਡਰਾਂ ਦੇ ਉੱਤੇ ਕਿਸਾਨ ਨੌਜਵਾਨਾਂ ਦਾ? ਦੇਖੋ, ਇਸ ਸੰਦਰਭ ਦੇ ਵਿੱਚ ਜਿਸ ਦਿਨ ਸਰਪੰਚ ਢਾਬੇ 'ਤੇ ਕਾਦੀਆਂ ਸਾਹਿਬ ਨੇ ਮੀਟਿੰਗ ਕੀਤੀ ਆ ਕੇ ਆਪਣੇ ਕੇਡਰ ਨਾਲ, ਬਲਾਕ ਪ੍ਰਧਾਨਾਂ ਤੋਂ ਲੈ ਕੇ ਜ਼ਿਲ੍ਹਾ ਪ੍ਰਧਾਨ ਸਾਹਿਬ ਵਿੱਚ ਸੀਗੇ ਉਹਨਾਂ ਨੇ ਇਹ ਗੱਲ ਕਹੀ ਕਿ 17 ਤਰੀਕ ਨੂੰ ਜੂਨ ਨੂੰ ਮੈਂ ਜੋ ਆਪਣੀ ਸਟੇਟਮੈਂਟ ਦਿੱਤੀ ਸੀ ਕਿ ਸਾਰੀਆਂ ਪਾਰਟੀਆਂ ਦਾ ਘਿਰਾਓ ਸਾਨੂੰ ਕਰਨਾ ਚਾਹੀਦਾ। ਪਰੰਤੂ 18 ਤਰੀਕ ਨੂੰ SKM ਦੀ ਮੀਟਿੰਗ ਸੀਗੀ। SKM ਦੀ ਮੀਟਿੰਗ ਦੇ ਵਿੱਚ ਜਦੋਂ ਇਹ ਗੱਲ ਵਿਚਾਰੀ ਗਈ ਤਾਂ ਉੱਥੇ ਇਹ ਕਿਹਾ ਗਿਆ ਕਿ ਜਿਹੜਾ ਘਿਰਾਓ ਕਰਨਾ ਹੈ ਇਹ ਇਕੱਲਾ ਭਾਜਪਾ ਦਾ ਹੀ ਕਰਨਾ, ਭਾਜਪਾ ਦੇ ਮੰਤਰੀਆਂ ਦਾ ਜਾਂ ਭਾਜਪਾ ਜਿੱਥੇ ਇਕੱਠ ਕਰਦੀ ਉੱਥੇ ਕਰਨਾ ਹੈ। ਮੈਂ ਤੁਹਾਡੀ ਗੱਲ ਟੋਕਾਂਗਾ, ਤੁਹਾਡਾ ਜ਼ਿਲ੍ਹਾ ਪ੍ਰਧਾਨ ਵੀ ਉਸ ਦਿਨ ਜਿਹੜਾ ਹੈਗਾ ਵਿਰੋਧ ਕੀਤਾ ਉਹਦੇ ਵਿੱਚ ਕੀ ਇਹ ਗੱਲ ਉਹਨਾਂ ਨੂੰ ਪਤਾ ਨਹੀਂ 18 ਤਰੀਕ ਦੀ? ਇੱਕ ਮਿੰਟ ਜੀ, ਹਾਂਜੀ ਇਹ ਉਸ ਦਿਨ ਮਿਸਕਮਿਊਨੀਕੇਸ਼ਨ ਹੋਈ ਆ। ਪਰੰਤੂ ਇਹਦੇ ਨਾਲ ਇੱਕ ਗੱਲ ਹੋਰ ਪਾਬੰਦ ਕੀਤੀ ਗਈ ਸੀ ਅਹਿਮ ਹੈ ਜਿਹੜੀ ਬਹੁਤ। SKM ਨੇ ਉਸ ਦਿਨ ਇਹ ਗੱਲ ਕਲੀਅਰ ਕੀਤੀ ਹੈ ਕਿ ਅਸੀਂ ਅਪੀਲ ਕਰਦੇ ਹਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ, ਪੁਰਜ਼ੋਰ ਅਪੀਲ ਕੀਤੀ ਗਈ ਸੀ ਵੀ ਜਿੰਨਾ ਚਿਰ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ, ਦਿੱਲੀ ਸੰਘਰਸ਼ ਚੱਲਦਾ ਹੈ, MSP ਲਾਗੂ ਨਹੀਂ ਹੋ ਜਾਂਦੀ,
ਉਦੋਂ ਤੱਕ ਕਿਸੇ ਵੀ ਸਿਆਸੀ ਪਾਰਟੀ ਨੇ ਪਿੰਡਾਂ ਦੇ ਵਿੱਚ ਜਾ ਕੇ ਸਿਆਸੀ ਕਾਨਫਰੰਸਾਂ ਜਾਂ ਸ਼ਕਤੀ ਪ੍ਰਦਰਸ਼ਨ ਕਰਨਾ ਨਹੀਂ ਹੈਗਾ। ਇਹ ਪਾਰਟੀਆਂ ਨੂੰ ਵੀ ਪਾਬੰਦ ਕੀਤਾ ਗਿਆ ਸੀ, ਪਰੰਤੂ ਪਾਰਟੀਆਂ ਪਾਬੰਦ ਕਰਨ ਦੇ ਬਾਵਜੂਦ ਵੀ ਤੁਹਾਡੇ ਸਾਹਮਣੇ ਉਸ ਦਿਨ ਉੱਤੇ ਚੀਮਾ ਸਾਹਿਬ ਵੀ ਗਏ। ਅਤੇ ਕੱਲ੍ਹ ਜੋ ਸਟੰਟ ਪਰਸੋਂ ਜੋ ਸਟੰਟ ਚਮਕੌਰ ਸਾਹਿਬ ਦੇ ਵਿੱਚ ਹੋਇਆ, ਸ੍ਰੀ ਗੁਰੂ ਚਮਕੌਰ ਸਾਹਿਬ ਕਤਲਗੜ੍ਹ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਨਾਂ 'ਤੇ ਜੋ ਸਿਆਸੀ ਸਟੰਟ 'ਤੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਹੈ, ਉਸ ਦਾ ਵਿਰੋਧ ਕੀਤਾ ਗਿਆ ਹੈ। ਔਰ ਮੈਂ ਇਹ ਖੁਦ ਬਿਆਨ ਦਿੱਤਾ ਹੈ ਕਿ ਇਹ ਕਾਦੀਆਂ ਯੂਨੀਅਨ ਵੱਲੋਂ ਕੀਤਾ ਜਾ ਰਿਹਾ ਹੈ, ਤਾਂ ਕਿਉਂਕਿ ਇਹਨਾਂ ਨੂੰ ਵੀ ਪਾਬੰਦ ਕੀਤਾ ਗਿਆ ਹੈ। ਇਹ ਪਾਬੰਦ ਕਿਉਂ ਨਹੀਂ ਹੋ ਰਹੇ? ਜਦੋਂ ਤੱਕ ਗੱਗੂ ਸਾਹਿਬ ਲਗਭਗ 7-8 ਮਹੀਨੇ ਹੋ ਚੁੱਕੇ ਸੰਘਰਸ਼ ਜਿਹੜਾ ਹੈਗਾ ਦਿੱਲੀ ਦੀਆਂ ਬਰੂਹਾਂ ਤੇ ਪਹੁੰਚਿਆ ਹੋਇਆ। ਆਪਾਂ ਵੱਡੇ ਵੱਡੇ ਦਾਅਵੇ ਉੱਥੇ ਸਟੇਜਾਂ ਤੇ ਕਰਦੇ ਹਾਂ ਕਿ ਜਿੱਤ ਕੇ ਜਾਵਾਂਗੇ ਸੰਘਰਸ਼ ਕਿਸੇ ਵੀ ਕੀਮਤ 'ਤੇ, ਪਰੰਤੂ 1 ਸਾਲ ਤੋਂ ਉੱਥੇ 32 ਕਿਸਾਨ ਜਥੇਬੰਦੀਆਂ ਦੇ ਜਿਹੜੇ ਵੱਡੇ ਆਗੂ ਆ, ਅੱਜ ਤੱਕ ਉਹ ਆਪਸ ਵਿੱਚ ਇੱਕ ਨਹੀਂ ਹੋ ਸਕੇ। ਸਵੇਰੇ ਸਟੇਟਮੈਂਟ ਇੱਕ ਪ੍ਰਧਾਨ ਹੋਰ ਦਿੰਦਾ ਤੇ ਦੂਜਾ ਹੋਰ ਦਿੰਦਾ, ਕਦੇ ਇੱਕ ਨੂੰ 7 ਦਿਨ ਵਾਸਤੇ ਸਸਪੈਂਡ ਕੀਤਾ ਜਾਂਦਾ, ਕਿਸੇ ਨੂੰ 15 ਦਿਨ ਵਾਸਤੇ ਸਸਪੈਂਡ ਕੀਤਾ ਜਾਂਦਾ। ਕਿ ਇਸ ਤਰ੍ਹਾਂ ਜਿਹੜੀ ਆਪਸੀ ਜਿਹੜੀ ਹੈਗੀ ਹੈ ਤਾਲਮੇਲ ਨਹੀਂ ਆ, ਆਪਸੀ ਫੁੱਟ ਦੇ ਕਾਰਨ ਅਸੀਂ ਜਿਹੜਾ ਹੈਗਾ ਸੰਘਰਸ਼ ਚੱਲ ਰਿਹਾ ਕਿਸਾਨੀ ਦਾ ਕੇਂਦਰ ਸਰਕਾਰ ਦੇ ਖਿਲਾਫ, ਉਹ ਜਿੱਤ ਸਕਾਂਗੇ? ਦੇਖੋ, ਪੰਜਾਬ ਤੋਂ ਜਿਹੜੀਆਂ 32 ਜਥੇਬੰਦੀਆਂ ਗਈਆਂ, ਇਹਨਾਂ ਦੀ 3 ਵਿਚਾਰਧਾਰਾਵਾਂ ਦੀਆਂ ਹੈ। 3 ਵਿਚਾਰਧਾਰਾਵਾਂ ਨੂੰ ਇਕੱਠੀ ਕਰਦਾ ਬੜੀ ਔਖੀ ਗੱਲ ਸੀਗੀ, ਪਰੰਤੂ ਹੁਣ ਵੀ ਹਰੇਕ ਦੇ ਮਾਈਂਡ ਆਪੋ ਆਪਣੇ ਹੈ। ਫਿਰ ਵੀ ਉਹਨਾਂ ਨੂੰ ਜਿਹੜਾ ਕੋਈ ਗਲਤੀ ਕਰਦਾ ਹੀ ਜੀ, ਤਾਂ ਉਸ ਨੂੰ ਫਿਰ ਸਸਪੈਂਡ ਕਰਕੇ ਅਹਿਸਾਸ ਕਰਾਇਆ ਜਾਂਦਾ ਕਿ ਜਿਹੜਾ ਸਿਸਟਮ ਹੈ, ਇੱਕ ਆਪਣਾ ਸੰਵਿਧਾਨ ਹੈ, ਸੰਵਿਧਾਨ ਤੋਂ ਨੂੰ ਪਾਸੇ ਨਾ ਕਰਿਆ ਜਾਵੇ। ਸਾਰੀਆਂ ਜਿਸ ਤਰ੍ਹਾਂ ਕੱਲ੍ਹ ਹੋਇਆ ਜਾਂ ਪਿੱਛੇ ਹੋਇਆ ਸੀਗਾ, ਐਸੇ ਤਾਂ ਮੈਂ ਕੋਸ਼ਿਸ਼ ਤਾਂ ਇਹ ਕੀਤੀ ਜਾ ਰਹੀ ਹੈ ਕਿ SKM ਦੇ ਸੰਵਿਧਾਨ ਨੂੰ ਲਾਗੂ ਕੀਤਾ ਜਾ ਰਿਹਾ, ਪਰੰਤੂ ਫਿਰ ਵੀ ਲੀਡਰਾਂ ਦੀ ਆਪੋ ਆਪਣੀ ਵੱਖ-ਵੱਖ ਜਿਹੜੀ ਹੈਗੀ ਰਾਏ ਕਰ ਰਹੇ ਆ, ਉਹ ਬੜੀ ਮੰਦਭਾਗੀ ਹੈ। ਕਿਉਂਕਿ ਜਦੋਂ ਇੱਕ ਸੰਵਿਧਾਨ ਬਣ ਗਿਆ, ਉਸ ਸੰਵਿਧਾਨ ਦੇ ਦਾਇਰੇ ਵਿੱਚ ਰਹਿਣਾ ਚਾਹੀਦਾ ਸੀ। ਗੱਗੂ ਸਾਹਿਬ ਕਹਿੰਦੇ ਕਿ ਜਦੋਂ ਗਨ ਦੇ ਵਿੱਚੋਂ ਗੋਲੀ ਨਿਕਲ ਜਾਵੇ ਵਾਪਸ ਨਹੀਂ ਆਉਂਦੀ। ਜਦੋਂ ਇੱਕ ਸਟੇਟਮੈਂਟ ਤੁਸੀਂ ਦੇ ਦਿੱਤੀ ਹੈ ਕਿ ਤੁਹਾਡੇ ਵੱਡੇ ਲੀਡਰ ਨੇ ਸਟੇਜ ਤੋਂ, ਤੇ ਸਸਪੈਂਡ ਕਰਨ ਨਾਲ ਉਹਦਾ ਜਿਹੜਾ ਸਟੇਟਮੈਂਟ ਆ ਕਿ ਬਦਲ ਜਾਂਦੀ, ਪਰ ਲੋਕਾਂ ਦੇ ਦਿਲਾਂ ਨੂੰ ਜਿਹੜਾ ਉਹ ਸੱਟ ਮਾਰਦਾ ਬਿਆਨ ਜਾਂ ਲੋਕ ਪਿੱਛੇ ਹਟ ਜਾਂਦੇ ਆ, ਕਿਆ ਭਰਪਾਈ ਹੁੰਦੀ ਹੈ ਸਸਪੈਂਡ ਕਰਨ ਨਾਲ? ਦੇਖੋ, ਕੋਸ਼ਿਸ਼ ਕੀਤੀ ਜਾਂਦੀ ਹੈ ਹੀ ਕਿ ਜਿਸ ਬੰਦੇ ਨੇ ਗਲਤੀ ਕੀਤੀ ਹੈ, ਸੰਵਿਧਾਨ ਤੋੜਿਆ, ਉਹਨੂੰ ਆਪਾਂ ਹੋਰ ਤਾਂ ਕੁਝ ਕਰ ਨਹੀਂ ਸਕਦੇ, ਕਿਉਂਕਿ ਸਮਾਂ ਐਸਾ ਚੱਲ ਰਿਹਾ। ਇਸ ਕਰਕੇ ਉਹਨੂੰ ਸਸਪੈਂਡ ਕਰਕੇ ਹੀ ਜਿਹੜੇ ਉੱਥੇ ਬੰਦੇ ਬੈਠੇ ਆ, ਸੰਘਰਸ਼ੀਲ ਕਿਸਾਨ ਜਾਂ ਮਜ਼ਦੂਰ ਬੈਠੇ ਆ, ਉਹਦੀ ਭਰਪਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਦੇ ਜਿਹੜੇ ਸਿਆਣੇ ਲੀਡਰ ਉਹਨਾਂ ਨੇ ਇਸ ਗੱਲ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਇੱਦਾਂ ਦੀ ਸਟੇਟਮੈਂਟਾਂ ਦਿੱਤੀਆਂ ਜਾਂਦੀਆਂ, ਕਿਤੇ ਵਿਰੋਧੀ ਤਾਕਤਾਂ ਨੇ ਇਹਨਾਂ ਦੇ ਪਿੱਛੇ ਕੰਮ ਕਰ ਰਹੀਆਂ, ਜਿਹੜੀ ਸਰਕਾਰ ਦੇ ਖਿਲਾਫ ਆਪਾਂ ਲੜਾਈ ਕਰ ਰਿਹਾ, ਉਹਨਾਂ ਦਾ ਕੋਈ ਖੁਫੀਆ ਤੰਤਰ ਇਸ ਮੋਰਚੇ ਨੂੰ ਤਾਰ ਪਿੱਡੋ ਕਰਨ ਦੇ ਲਈ ਇਹੋ ਜਿਹੇ ਸਟੇਟਮੈਂਟਾਂ ਦਵਾਈਆਂ ਜਾਂਦੀਆਂ, ਕਦੇ ਗੌਰ ਕੀਤੀ ਹੈ ਸਿਆਣੇ ਲੀਡਰਾਂ ਨੇ? ਦੇਖੋ, ਜਿਹੜੀ ਮੀਟਿੰਗ ਹੁੰਦੀ ਹੈ SKM ਦੀ, ਉਹਦੇ 'ਚ ਇਸ ਗੱਲ ਨੂੰ ਬੜਾ ਗੰਭੀਰਤਾ ਨਾਲ ਵਿਚਾਰਿਆ ਜਾਂਦਾ ਹੈ। ਹਰ ਇੱਕ ਬੰਦੇ, ਹਰ ਇੱਕ ਏਜੰਸੀ 'ਤੇ ਇਸ ਤਰ੍ਹਾਂ ਦੀ ਨਜ਼ਰ ਰੱਖੀ ਜਾਂਦੀ ਹੈ ਕਿ ਤਾਂ ਕਿ ਉਹ ਕੋਈ ਇਹੀ ਜਿਹੀ ਗਲਤ ਹਰਕਤ ਕਰਕੇ ਇਸ ਸੰਘਰਸ਼ ਨੂੰ ਢਾਹ ਨਾ ਲਾਵੇ। ਇਹ ਗੱਲ ਹੈਗੀ ਹੈ ਕਿ ਹਰੇਕ 'ਤੇ ਪੈਣੀ ਨਜ਼ਰ ਰੱਖੀ ਜਾਂਦੀ ਹੈ, ਏਜੰਸੀਆਂ 'ਤੇ ਵੀ ਰੱਖੀ ਜਾਂਦੀ ਹੈ। ਅਤੇ ਅੱਜ ਦੀ ਤਰੀਕ ਦੇ ਵਿੱਚ ਹੁਣ ਕੀ ਜਿਹੜਾ ਹੈਗਾ ਸੰਯੁਕਤ ਮੋਰਚੇ ਦਾ ਜਾਂ ਕਾਦੀਆਂ ਦਾ ਕੀ ਫੈਸਲਾ ਹੈ? ਲੀਡਰਾਂ ਦੇ ਘਰਾਓ ਨੂੰ ਲੈ ਕੇ ਪਿੰਡਾਂ ਦੇ ਵਿੱਚ ਹਰ ਇੱਕ ਸਿਆਸੀ ਪਾਰਟੀ ਦਾ ਵਿਰੋਧ ਕੀਤਾ ਜਾਣਾ ਜਾਂ ਸਿਰਫ BJP ਦਾ? ਦੇਖੋ, ਸੰਯੁਕਤ ਮੋਰਚੇ ਦੀ ਇਹ ਕਾਲ ਹੈ। ਸੰਯੁਕਤ ਮੋਰਚੇ ਦੀ ਕਾਲ ਨੂੰ 18 ਜੂਨ ਨੂੰ ਬਲਵੀਰ ਸਿੰਘ ਰਾਜੇਵਾਲ ਸਾਹਿਬ ਨੇ ਇਹ ਗੱਲ ਸਿੰਘੂ ਬਾਰਡਰ ਤੋਂ ਕਲੀਅਰ ਕੀਤੀ ਹੈ ਕਿ ਭਾਜਪਾ ਲੀਡਰਾਂ ਦਾ ਤਾਂ ਵਿਰੋਧ ਕੀਤਾ ਹੀ ਜਾਣਾ ਹੈ, ਪਰੰਤੂ ਦੂਸਰੀਆਂ ਪਾਰਟੀਆਂ ਨੂੰ ਵੀ ਅਸੀਂ ਇਹ ਪੁਰਜ਼ੋਰ ਅਪੀਲ ਕੀਤੀ ਗਈ, ਉਹਨਾਂ ਨੂੰ ਪਾਬੰਦ ਕੀਤਾ ਗਿਆ ਹੈ ਕਿ ਜਿੰਨੀ ਦੇਰ 3 ਕਾਨੂੰਨ ਰੱਦ ਨਹੀਂ ਹੁੰਦੇ, MSP ਲਾਗੂ ਨਹੀਂ ਹੋ ਜਾਂਦੀ, ਉਦੋਂ ਤੱਕ ਸਿਆਸੀ ਜਿਹੜੀਆਂ ਰੈਲੀਆਂ ਜਾਂ ਕਾਨਫਰੰਸਾਂ ਨਾ ਕੀਤੀਆਂ ਜਾਣ। ਅਗਰ ਇਹ ਕਰਦੇ ਹੈ ਤਾਂ ਇਹ ਆਪਣੀ ਜ਼ਿੰਮੇਵਾਰ ਆਪ ਹੋਣਗੇ। ਸਾਡੀ ਮਜਬੂਰੀ ਹੋਵੇਗੀ ਕਿ ਇਹਨਾਂ ਦਾ ਘਰਾ ਕਰਨਾ। ਅਤੇ ਤੁਹਾਡੇ ਜਿਹੜੇ ਸਾਥੀ ਆ ਟੁੱਟ ਕੇ ਗਏ ਆ, ਮੋਹਾਲੀ ਜ਼ਿਲ੍ਹਾ, ਰੋਪੜ ਜ਼ਿਲ੍ਹਾ ਜਾਂ ਹੋਰ ਵੀ ਜਿਹੜੇ ਕਿਤੇ ਜ਼ਿਲ੍ਹੇ ਹੋ ਸਕਦੇ ਆ, ਉਹ ਆਪਣੀ ਇੱਕ 33ਵੀਂ ਜਿਹੜੀ ਹੈਗੀ ਆ ਕਿਸਾਨ ਯੂਨੀਅਨ ਬਣਾਉਣ ਜਾ ਰਹੇ ਆ। ਕਿਵੇਂ ਦੇਖਦੇ? ਲਗਾਤਾਰ ਕਿਸਾਨ ਯੂਨੀਅਨਾਂ ਪੰਜਾਬ ਦੇ ਵਿੱਚ ਵੱਧ ਰਹੀਆਂ, ਕਿਤੇ ਨਾ ਕਿਤੇ ਫੁੱਟ ਜਿਹੜੀ ਆਪਸੀ ਵੀ ਭਾਈਚਾਰਾ ਨਹੀਂ ਦੇਖਣ ਨੂੰ ਮਿਲ ਰਿਹਾ। ਕੀ ਲੱਗਦਾ ਜਿਹੇ ਵਿੱਚ ਅਸੀਂ ਜਿਹੜੀ ਹੈਗੀ ਆ ਦਿੱਲੀ ਦੇ ਖਿਲਾਫ ਜਾਂ ਕੇਂਦਰ ਦੇ ਖਿਲਾਫ ਜਿਹੜੀ ਲੜਾਈ ਸ਼ੁਰੂ ਕੀਤੀ ਆ, ਉਹ ਜਿੱਤ ਸਕਾਂਗੇ? ਦੇਖੋ, ਫੁੱਟ ਪੈਣੀ ਤਾਂ ਬਹੁਤ ਮੰਦਭਾਗੀ, ਮੈਂ ਪਹਿਲਾਂ ਵੀ ਕਹਿ ਚੁੱਕਿਆ। ਫੁੱਟ ਪੈਣੀ ਤਾਂ ਇਸ ਟਾਈਮ ਖਾਸ ਕਰਕੇ
ਜਦੋਂ ਅੰਦੋਲਨ ਚੱਲ ਰਿਹਾ ਬਹੁਤ ਮੰਦਭਾਗੀ ਹੈ। ਪਰੰਤੂ ਆਪਾਂ ਹੁਣ ਕਿਸੇ ਦੇ ਮਾਈਂਡ ਨੂੰ ਕੀ ਪੜ੍ਹ ਸਕਦੇ ਹਾਂ ਜੀ। ਜੇ ਜਥੇਬੰਦੀ ਬਣਦੀ ਵੀ ਹੈਗੀ ਹੈ ਤਾਂ ਇਹ ਤਾਂ ਹੁਣ ਮੈਂ ਨਹੀਂ ਕਹਿ ਸਕਦਾ ਹੈਗਾ ਵੀ ਉਹ ਕਿਉਂ ਬਣਾਈ ਜਾ ਰਹੀ ਹੈ ਜਾਂ ਕਿਉਂ ਬਣਾ ਰਹੇ, ਇਹਦੇ ਬਾਰੇ ਮੈਂ ਨਹੀਂ। ਗੱਗੂ ਸਾਹਿਬ ਮੰਨਦੇ ਹੋ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਬਣੀਆਂ ਚੌਧਰਾਂ ਦੇ ਭੁੱਖੇ ਲੀਡਰ ਇਸੇ ਕਰਕੇ 32 ਬਣ ਗਈਆਂ? ਅਗਰ ਸਾਰੇ ਆਪਣੇ ਲਾਲਚ ਨੂੰ ਛੱਡ ਕੇ ਚੱਲਦੇ ਤਾਂ ਇੱਕੋ ਕਿਸਾਨ ਜਥੇਬੰਦੀ ਹੋਣੀ ਚਾਹੀਦੀ ਸੀ ਪੰਜਾਬ ਦੇ ਵਿੱਚ। ਦੇਖੋ ਇਹ ਵੀ ਤੁਹਾਡੀ ਗੱਲ ਜਾਇਜ਼, ਮੈਂ ਬਹੁਤ ਹੱਦ ਤੱਕ ਮੰਨਦਾ ਕਿ ਇਹ ਨਹੀਂ ਬਣਨੀਆਂ ਚਾਹੀਦੀਆਂ ਸੀ, ਜਥੇਬੰਦੀ ਇੱਕੋ ਰਹਿਣੀ ਚਾਹੀਦੀ ਸੀ। ਪਰੰਤੂ ਇਹ ਬੱਤੀਆਂ ਨੂੰ ਇਕੱਠੇ ਕਰਕੇ, ਜਿਹੜਾ ਪੰਜਾਬ ਦੀਆਂ ਬੱਤੀਆਂ ਇਕੱਠੀਆਂ ਕਰਕੇ ਇੱਕ ਵਿਚਾਰਧਾਰਾ ਬਣਾਈ ਹੈ, ਇਹ ਸਭ ਇਸੇ ਦਾ ਹਿੱਸਾ ਹੈ ਕਿ ਜੇ ਆਪਾਂ ਇਕੱਲੇ ਸੰਘਰਸ਼ ਕਰਦੇ ਐਡਾ ਬੜਾ ਕੇਂਦਰ ਨਾਲ ਤਾਂ ਆਪਾਂ ਕਾਮਯਾਬ ਨਹੀਂ ਸੀ ਹੋਣਾ। ਇਸੇ ਕਰਕੇ ਪੰਜਾਬ 'ਚੋਂ 32 ਇਕੱਠੀਆਂ ਹੋਈਆਂ, ਹਰਿਆਣੇ 'ਚ ਹੋਈਆਂ ਤਕਰੀਬਨ 524 ਜਥੇਬੰਦੀ ਕੁੱਲ ਇੰਡੀਆ ਦੇ ਵਿੱਚੋਂ ਇਕੱਠੀ ਹੋ ਕੇ ਹੀ ਸੰਯੁਕਤ ਮੋਰਚਾ ਬਣਿਆ। ਗੱਗੂ ਸਾਹਿਬ ਨਵਾਂ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਹੋਈ ਸੀ, ਉੱਥੇ ਵੱਡੇ ਜਿਹੜੇ ਹੈਗੇ ਸਾਰੀਆਂ ਕਿਸਾਨ ਯੂਨੀਅਨ ਆਈਆਂ ਸੀਗੀਆਂ। ਉੱਥੇ ਰਾਏ ਸਾਹਿਬ ਹੈਗੇ ਉੱਧਰ, ਇੱਕ ਕਿਆ ਨਾਮ ਆ ਉਹਨਾਂ ਦਾ, ਮਨਜੀਤ ਸਿੰਘ ਰਾਏ। ਹਾਂ, ਮਨਜੀਤ ਸਿੰਘ ਰਾਏ। ਉਹਨਾਂ ਨੇ ਜਿਹੜੀ ਹੈਗੀ ਆ ਪਹਿਲ ਕੀਤੀ ਸੀ ਕਿ ਮੈਂ ਤਿਆਰ ਹਾਂ, ਪੰਜਾਬ ਦੀਆਂ ਜਿਹੜੀਆਂ 32 ਜਥੇਬੰਦੀਆਂ ਇਹਨਾਂ ਨੂੰ ਸਾਰੀਆਂ ਨੂੰ ਮਿਲਾ ਕੇ ਇੱਕ ਜਥੇਬੰਦੀ ਬਣਨੀ ਚਾਹੀਦੀ ਆ, ਮੈਂ ਸਭ ਤੋਂ ਪਹਿਲਾਂ ਤਿਆਰ ਹਾਂ ਆਪਣੀ ਜਥੇਬੰਦੀ ਰਲਾਉਣ ਦੇ ਲਈ। ਪਰੰਤੂ ਉਸ ਤੋਂ ਬਾਅਦ 31 ਜਥੇਬੰਦੀਆਂ ਦੇ ਕਿਸੇ ਦਾ ਵੀ ਜਿਹੜਾ ਹੈਗਾ ਇਸ ਨੂੰ ਲੈ ਕੇ ਰਿਪਲਾਈ ਨਹੀਂ ਆਇਆ, ਕਿਸੇ ਨੇ ਹਾਮੀ ਨਹੀਂ ਭਰੀ ਇੱਕ ਹੋਣ ਨੂੰ। ਕੀ ਲੱਗਦਾ ਹੈ ਕੁਰਸੀਆਂ ਦੇ ਲਾਲਚ ਹੈ ਕਿ ਹੋਰ? ਦੇਖੋ ਇਸ ਦੇ ਬਾਰੇ ਮੈਂ ਨਹੀਂ ਕਹਿ ਸਕਦਾ ਕੁਝ ਵੀ। ਮੈਂ ਤਾਂ ਮਨਜੀਤ ਸਿੰਘ ਰਾਏ ਦਾ ਬਿਆਨ ਵੀ ਨਹੀਂ ਸੁਣਿਆ ਉਸ ਦਿਨ ਵੀ। ਅਸੀਂ ਖੁਦ ਗਏ ਸੀ ਉੱਥੇ, ਉਹਨਾਂ ਨੇ ਸਟੇਜ ਤੋਂ ਐਲਾਨ ਕੀਤਾ ਸੀ, ਬਹੁਤ ਵੱਡਾ ਪ੍ਰੋਗਰਾਮ ਸੀ। ਠੀਕ ਹੈ, ਤੁਸੀਂ ਕਰਿਆ ਹੋਵੇਗਾ ਜੀ, ਤੁਹਾਡਾ ਤਾਂ ਕੰਮ ਹੈ, ਪਰੰਤੂ ਮੈਂ ਨਹੀਂ ਸੁਣਿਆ ਉਹ, ਔਰ ਨਾ ਮੇਰੀ ਮੁੜ ਕੇ ਕੋਈ ਮਨਜੀਤ ਸਿੰਘ ਰਾਏ ਨਾਲ ਗੱਲਬਾਤ ਹੋਈ ਹੈ। ਹੁਣ ਜਦੋਂ ਮੈਂ ਦਿੱਲੀ ਜਾਵਾਂਗਾ, ਜੇ ਮੈਨੂੰ ਮੀਟਿੰਗ 'ਚ ਬੈਠਣ ਦਾ ਸਮਾਂ ਮਿਲਿਆ ਤਾਂ ਮੈਂ ਇਹ ਗੱਲ ਕਹਾਂਗਾ ਕਿ ਜਦੋਂ ਮਨਜੀਤ ਸਿੰਘ ਰਾਏ ਨੇ ਇਹ ਗੱਲ ਕਹੀ ਹੈ ਤਾਂ ਇਸ ਨੂੰ ਅੱਗੇ ਕਿਉਂ ਨਹੀਂ ਵਧਾਇਆ ਗਿਆ। ਔਰ ਮੈਂ ਕੋਸ਼ਿਸ਼ ਕਰੂੰਗਾ ਸਾਰਿਆਂ ਨਾਲ ਮਿਲ ਕੇ ਕਿ ਇਸ ਗੱਲ ਨੂੰ ਅੱਗੇ ਵਧਾ ਕੇ ਇੱਕ ਜਥੇਬੰਦੀ ਬਣਾਈ ਜਾਵੇ। ਸੋ ਜਿਹੜੇ ਸਾਥੀ ਤੁਹਾਡੇ ਨਾਲ ਟੁੱਟੇ ਆ ਮੋਹਾਲੀ ਅਤੇ ਜਿਹੜੇ ਰੋਪੜ ਜ਼ਿਲ੍ਹੇ ਦੇ, ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਮਨਾਉਣ ਦੀ, ਵਾਪਸ ਲਿਆਉਣ ਦੀ, ਜਾਂ ਕਿਸ ਤਰ੍ਹਾਂ? ਦੇਖੋ ਸਾਡੇ ਇਹ ਜਥੇਬੰਦੀ ਦਾ ਐਲਾਨ ਹੈ ਸਾਨੂੰ ਕਿ ਅਸੀਂ ਉਹਨਾਂ ਦੇ ਵਿਰੁੱਧ ਕੋਈ ਵੀ ਟੱਪਣੀ ਉਸ ਦਿਨ ਨੇ ਨਹੀਂ ਕੀਤੀ ਹੈ, ਕਿਉਂਕਿ ਜਦੋਂ ਪਰਿਵਾਰ ਵੱਡਾ ਹੁੰਦਾ, ਚਲੋ ਮਤਭੇਦ ਵੀ ਹੁੰਦੇ ਆ, ਮਿਸਕਮਿਊਨੀਕੇਸ਼ਨ ਵੀ ਹੁੰਦੀ ਹੈ। ਕੋਸ਼ਿਸ਼ ਇਹ ਹੋਏਗੀ ਕਿ ਇੱਕ ਦੂਜੇ ਦੀ ਕੜੱਤਣ ਨੂੰ ਦੂਰ ਕਰਨੀ ਹੈ, ਵੀ ਆਪਸ ਵਿੱਚ ਹੀ ਜਿਹੜੀ ਕੜੱਤਣ ਨੂੰ ਦੂਰ ਕੀਤਾ ਜਾਵੇ, ਅਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਮੁੜ ਕੇ ਆਪਸੀ ਜਿਹੜੇ ਜਿੰਨੇ ਮਤਭੇਦ ਵਿਰੋਧ ਕਰਨਾ ਇੱਕ ਵੱਖਰੀ ਚੀਜ਼ ਹੈ, ਇੱਕ ਮਨਾ ਕੇ ਲਿਆਉਣਾ ਉਹਨਾਂ ਨੂੰ, ਉਹਨਾਂ ਦੀ ਜਿਹੜੇ ਗਿਲੇ ਸ਼ਿਕਵੇ ਦੂਰ ਕਰਨਾ, ਉਸ ਦੀ ਗੱਲ ਕਰ ਰਿਹਾ। ਤੁਸੀਂ ਸੰਪਰਕ ਜਾਂ ਤੁਹਾਡੇ ਪ੍ਰਧਾਨ ਨੇ ਦੁਆਰਾ ਕੋਈ ਸੰਪਰਕ ਕੀਤਾ ਉਹਨਾਂ ਨੂੰ ਮਨਾਉਣ ਦੇ ਲਈ, ਗਿਲੇ ਸ਼ਿਕਵੇ ਦੂਰ ਕਰਨ ਦੇ ਲਈ? ਦੇਖੋ ਅਜੇ ਤਾਂ ਨਵੇਂ ਜਦੋਂ ਨਾ ਕੋਈ ਵੱਖ ਹੁੰਦਾ, ਮਨਾਂ 'ਚ ਗੁੱਸੇ ਬਹੁਤ ਹੁੰਦੇ ਆ। ਟਾਈਮ ਪਾ ਕੇ ਕੁਛ ਸਿਸਟਮ ਜਿਹੜਾ ਹੌਲਾ ਹੋਏਗਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਮੁੜ ਕੇ ਇਕੱਠੇ ਹੋ ਸਕੀਏ। ਸੋ ਬਿਲਕੁਲ ਇਹ ਸਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਮੀਤ ਪ੍ਰਧਾਨ ਤਲਵਿੰਦਰ ਸਿੰਘ ਗੱਗੂ ਅਤੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਜਸਲਾ। ਬੀਤੇ ਦਿਨੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਕਾਫੀ ਜਿਹੜੇ ਹੈਗੇ ਅਹੁਦੇਦਾਰ ਅਸਤੀਫੇ ਦੇ ਕੇ ਗਏ ਸੀ, ਅਤੇ ਅੱਜ ਇਹਨਾਂ ਨੇ ਉਹਨਾਂ ਦੇ ਵਿੱਚ ਕੁਝ ਗੱਲਾਂ ਸੀਗੀਆਂ ਸਪਸ਼ਟ ਕੀਤੀਆਂ। ਪਰੰਤੂ ਹਾਲੇ ਵੀ ਕਾਫੀ ਵੱਡੇ ਸਵਾਲ ਜਿਹੜੇ ਪੰਜਾਬ ਪ੍ਰਧਾਨ ਹਰਮੀਤ ਸਿੰਘ ਕਾਦੀਆਂ 'ਤੇ ਦੋਸ਼ ਲਗਾਏ ਸੀ ਉਹ ਹਾਲੇ ਤੱਕ ਬਰਕਰਾਰ ਨੇ, ਕਿਉਂਕਿ ਹਾਲੇ ਤੱਕ ਉਹਨਾਂ ਦੀ ਕੋਈ ਵੀ ਸਟੇਟਮੈਂਟ ਇਸ ਮੁੱਦੇ ਨੂੰ ਲੈ ਕੇ ਨਹੀਂ ਦਿੱਤੀ ਗਈ, ਸਾਹਮਣੇ ਨਹੀਂ ਆਏ, ਕਿਉਂਕਿ ਕਾਫੀ ਗੰਭੀਰ ਦੋਸ਼ ਲਗਾਏ ਸੀ ਕਿਸਾਨਾਂ ਵੱਲੋਂ ਕਿ ਕਿਸਾਨ ਯੂਨੀਅਨ ਜਿਹੜੇ ਹੈਗੇ ਆ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪੰਜਾਬ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਕਿਸਾਨਾਂ ਦੇ ਨਾਲ ਨਹੀਂ ਖੜਦੇ। ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ, ਪਰਚੇ ਵੀ ਦਰਜ ਕਰਵਾ ਰਹੇ ਨੇ, ਪਰੰਤੂ ਜਦੋਂ ਨਾਲ ਖੜਨ ਦੀ ਗੱਲ ਆਉਂਦੀ ਹੈ ਤਾਂ ਪਿੱਛੇ ਹਟ ਜਾਂਦੇ ਨੇ, ਜਿਸ ਨੂੰ ਲੈ ਕੇ ਰੋਸ ਵਜੋਂ ਉਹਨਾਂ ਨੇ ਕਾਫੀ ਦੋਸ਼ ਵੀ ਲਗਾਇਆ ਸੀ ਅਤੇ ਆਪਣੇ ਅਸਤੀਫੇ ਦਿੱਤੇ ਸੀ। ਹੁਣ ਦੇਖਣਾ ਹੋਵੇ ਹਰਮੀਤ ਸਿੰਘ ਕਾਦੀਆਂ ਕਿੰਨੀ ਕੁ ਜਲਦੀ ਕੈਮਰੇ ਦੇ ਅੱਗੇ ਆ ਕੇ ਆਪਣੇ ਲੱਗੇ ਦੋਸ਼ਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਜਵਾਬ ਦੇਣਗੇ, ਕੀ ਮਨਾਉਣਗੇ, ਜਿਹੜੇ ਰੁੱਸੇ ਹੋਏ ਉਹਨਾਂ ਨੂੰ ਮਨਾਉਣਗੇ, ਜਾਂ ਫਿਰ ਪੰਜਾਬ ਦੇ ਵਿੱਚ 33ਵੀਂ ਜਿਹੜੀ ਹੈਗੀ ਆ ਕਿਸਾਨ ਯੂਨੀਅਨ ਬਣੇਗੀ। ਇਸ ਨੂੰ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ। ਰੂਪਨਗਰ ਤੋਂ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।